सच, नानक होसी भी सच। प्रभ कै सिमरन सब किछ पाइयै, बिरथी काल न जाई। प्रभ का सिमरन सब ते ऊंचा, प्रभ कै सिमरन उतरह मूचा। प्रभ कै सिमरन तृष्णा बुझै, प्रभ कै सिमरन सब किछ सूझै। प्रभ कै सिमरन नाही जम त्रस, प्रभ कै सिमरन पूरन आसा। प्रभ कै सिमरन बन की मल जाए, अमृत नाम रिद माहे समाहे। प्रभ जी बसह साध की रसना, नानक जन का दासन दसना। होदा तेज चलिया ना जावे। पढ़ियो सारे बच्चों को बेनती है बैठन की खिचला करो, रौले तो संकोच जिन्ना चिर, क्योंकि समा पहले ही बहुत उच्चा हो गया। जथा तो अपने टाइम से पहुँच चुका सी। चलो जिन्ना गुण समा अपन बख्शिश करते हैं ना सतगुरु जी, चुप दा दान बख्श के बैठो सारे। पता नहीं कदों कृपा हो जाए परमात्मा की, रब की पता नहीं कदों कृपा हो जाए। आओ बैठो सारे जपो। सतगुरु पातशाह महाराज भगतां की उपमा करते हैं, नाम जपण वालियां की उपमा करते हैं। ओदा तेज चलिया ना जावे, तेज चलिया ना जावे, चलिया ना जावे, चलिया ना जावे। जेड़ी रूह नाम जपदी, तेज चलिया ना जावे। जेड़ी रूह नाम जपदी, ओदा तेज चलिया ना जावे। जेड़ी रूह
ਜਿਹੜੀ ਰੂ ਨਾਮ ਜਪਦੀ ਵਾਹ 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 ਜਿਹੜੀ ਰੂ ਨਾਮ ਜਪਦੀ ਜਿਹੜੀ ਰੂ ਨਾਮ ਜਪਦੀ ਵਾਹ 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 ਜਿਹੜੀ ਰੂ ਨਾਮ ਜਪਦੀ ਜਿਹੜੀ ਰੋਜੀ ਨਾਮ ਜਪਦੀ ਜਿਹੜੀ ਰੋਜੀ ਨਾਮ ਜਪਦੀ ਜਿਹੜੀ ਰੋਜੀ ਨਾਮ ਜਪਦੀ ਜਿਹੜੀ ਰੋਜੀ ਨਾਮ ਜਪਦੀ ਜਿਹੜੀ ਰੂ ਦੀ ਨਾਮ ਜਪਦੀ ਜਿਹੜੀ ਰੂ ਦੀ ਨਾਮ ਜਪਦੀ ਜਿਹੜੀ ਰੂਹਾਂ ਨਾਮ ਜਪਦੀ ਹੋ ਜਿਹੜੀ ਰੋਜੀ ਨਾਮ ਜਪਦੀ ਜਿਹੜੀ ਰੋਜੀ ਨਾਮ ਜਪਦੀ ਜਿਹੜੀ ਰੋਜੀ ਨਾਮ ਜਪਦੀ ਜਿਹੜੀ ਰੂ ਦੀ ਨਾਮ ਜਪਦੀ ਜਿਹੜੀ ਰੂ ਦੀ ਨਾਮ ਜਪਦੀ ਉਹਦਾ ਤੇਜ ਚੱਲਿਆ ਨਾ ਜਾਵੇ ਚੱਲਿਆ ਨਾ ਜਾਵੇ ਜਿਹੜੀ ਰੂ ਨਾਮ ਜਪਦੀ ਉਹਦਾ ਤੇਜ ਚੱਲਿਆ ਨਾ ਜਾਵੇ ਜਿਹੜੀ ਰੂ ਨਾਮ ਜਪਦੀ ਉਹਦਾ ਤੇਜ ਚੱਲਿਆ ਨਾ ਜਾਵੇ ਜਿਹੜੀ ਰੂ ਨਾਮ ਜਪਦੀ ਉਹਦਾ ਤੇਜ ਚੱਲਿਆ ਨਾ ਜਾਵੇ ਜਿਹੜੀ ਰੂ ਨਾਮ ਜਪਦੀ ਉਹਦਾ ਤੇਜ ਚੱਲਿਆ ਨਾ ਜਾਵੇ ਜਿਹੜੀ ਰੂ ਨਾਮ ਜਪਦੀ ਉਹਦਾ ਤੇਜ ਚੱਲਿਆ ਨਾ ਜਾਵੇ ਜਿਹੜੀ ਰੂ ਨਾਮ ਜਪਦੀ ਭਗਤਾਂ ਕੀ ਚਾਲ ਰਾਤੀ ਭਗਤ ਕੇ ਬਿਕਮ ਮਾਰਗ ਚੱਲਣਾ ਲਾਭ ਲੋਭ ਸੰਤਾਨ ਤ੍ਰਿਸ਼ਨ ਬਹੁਤ ਨਾਹੀ ਬੋਲਣਾ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਆਓ ਕੁਝ ਕੁ ਘੜੀਆਂ ਪ੍ਰਾਪਤ ਹੋਈਆਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਵਿੱਚ ਮਿਲ ਜੁੜ ਕੇ ਬੈਠੇ ਆ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਓ। ਜਿੰਨੀਆਂ ਵੀ ਸੰਗਤਾਂ ਗੁਰੂ ਕੇ ਚਰਨਾਂ ਵਿੱਚ ਹਾਜ਼ਰੀ ਲਵਾ ਰਹੇ ਆ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਮਨ ਵਿਰਤੀਆਂ ਕਾਗਰ ਕਰਕੇ ਰਸਨਾ ਦੀ ਜੀਭਾ ਦੀ ਸਫਲਤਾ ਵਾਸਤੇ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਮਹਾਰਾਜ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ, ਪ੍ਰਭ ਜੀ ਵਸਹਿ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ।
ਉਹ ਸਾਧੂ ਨੇ ਜਿਨ੍ਹਾਂ ਨੇ ਅੰਮ੍ਰਿਤ ਵੇਲਾ ਸੰਭਾਲ ਲਿਆ। ਉਹ ਸਾਧੂ ਨੇ ਜਿਨ੍ਹਾਂ ਨੇ ਸਾਧਨਾ ਧਾਰਨ ਕਰ ਲਈ। ਇਹ ਜ਼ਰੂਰੀ ਨਹੀਂ ਵੀ ਕੱਪੜਿਆਂ ਤੋਂ ਸਾਧੂ ਹੁੰਦਾ ਹੈ, ਕੱਪੜਿਆਂ ਕਰਕੇ ਨਹੀਂ ਕੋਈ ਸਾਧੂ। ਜੇ ਕੱਪੜਿਆਂ ਕਰਕੇ ਬਣਨਾ ਉਹ ਤਾਂ 1 ਮਿੰਟ ਵਿੱਚ ਬਣ ਸਕਦਾ ਹੈ। ਭਗਵਾ ਚੋਲਾ ਪਾ ਲਈਏ ਤੇ ਸਾਧੂ ਬਣ ਗਿਆ। ਸਤਿਗੁਰੂ ਜੀ ਕਹਿੰਦੇ ਸਾਧੂ ਕੌਣ ਹੈ? ਜਿਹਨੇ ਸਾਧ ਲਿਆ, ਮਨ ਨੂੰ ਸਾਧ ਲਿਆ, ਮਨ ਨੂੰ ਰੋਕ ਲਿਆ, ਬੁਰਾਈਆਂ ਤੋਂ ਰੋਕ ਲਿਆ, ਮਨ ਵਿੱਚ ਇਹ ਧਾਰਨ ਕਰ ਲਿਆ ਉਹ ਵੀ ਮੇਰਾ ਭਰਾ ਹੈ, ਉਹਦਾ ਮਾੜਾ ਨਹੀਂ ਸੋਚਣਾ। ਆ ਮੇਰਾ ਰਿਸ਼ਤੇਦਾਰ ਹੈ, ਇਹਦਾ ਮਾੜਾ ਨਹੀਂ ਸੋਚਣਾ। ਕੋਈ ਚੀਜ਼ ਤੋਲਦੇ ਆ, ਪ੍ਰਮਾਤਮਾ ਵੇਖਦਾ ਸਹੀ ਤੋਲਣਾ, ਉਹਨੂੰ ਕਹਿੰਦੇ ਨੇ ਸਾਧਨਾ। ਸਾਧ ਲਿਆ ਜਿਹਨੇ ਮਨ ਨੂੰ। ਦੁੱਧ ਪਾਉਣਾ ਤੇ ਵੇਖਦਾ ਪ੍ਰਮਾਤਮਾ, ਪਾਣੀ ਨਹੀਂ ਮਿਲਾਉਣਾ। ਪ੍ਰਮਾਤਮਾ ਵੇਖਦਾ। ਜਿਹੜਾ ਇਹ ਸੋਚਦਾ ਨਾ ਅਸਲ ਮਨ ਵਿੱਚ, ਉਹਨੇ ਸਾਧ ਲਿਆ ਆਪਣੇ ਮਨ ਨੂੰ। ਜਿਹਨੇ ਸਾਧ ਲਿਆ ਉਹੀ ਸਾਧ ਹੈ, ਸਾਧੂ ਹੈ। ਉਹਦੀ ਰਸਨਾ ਤੇ ਫਿਰ ਸੱਚ ਹੈ। ਉਹ ਸੱਚ ਬੋਲੇਗਾ, ਸੱਚ ਸੁਣੇਗਾ। ਉਹਦੇ ਕੰਨਾਂ ਵਿੱਚ ਵੀ ਸੱਚ ਹੈ, ਉਹਦੇ ਅੱਖਾਂ ਨੇਤਰਾਂ ਵਿੱਚ ਵੀ ਸੱਚ ਹੈ। ਉਹ ਸੱਚ ਹੀ ਵੇਖੇਗਾ। ਮਾੜਾ ਤੇ ਚੰਗਾ ਇੱਥੋਂ ਹੀ ਬੰਦਾ ਬਣਦਾ, ਜਦੋਂ ਬੰਦਾ ਕੇਵਲ ਤੇ ਕੇਵਲ ਮਾੜਾ ਤੇ ਚੰਗਾ ਆਪਣੇ ਗੁਣਾਂ ਤੇ ਔਗਣਾ ਕਰਕੇ ਹੁੰਦਾ ਹੈ। ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ। ਇਹੀ ਗੱਲ ਗੁਰੂ ਸਾਹਿਬ ਜੀ ਕਹਿੰਦੇ ਨੇ ਬਈ ਚੰਗਿਆਈਆਂ ਤੇ ਬੁਰਾਈਆਂ ਵੇਖੀ ਜਾਂਦੀਆਂ ਬੰਦੇ ਦੀਆਂ। ਕਈ ਵਾਰ ਆਪਾਂ ਵੇਖਦੇ ਆ ਪਿੰਡ ਦੇ ਵਿੱਚ ਫਲਾਨਾ ਬੰਦਾ ਮਾੜਾ ਹੈ, ਫਲਾਨਾ ਚੰਗਾ ਹੈ। ਉਹ ਮਾੜਾ ਕਿਉਂ ਹੈ ਬਈ? ਕਿਉਂਕਿ ਉਹਦੀਆਂ ਆਦਤਾਂ ਮਾੜੀਆਂ, ਉਹਦਾ ਸੋਚਣਾ ਮਾੜਾ, ਉਹਦਾ ਬੋਲਣਾ ਮਾੜਾ, ਭੈੜਾ ਬੋਲਦਾ ਸਭ ਨੂੰ। ਜਦੋਂ ਬੁਲਾਉਂਦਾ ਕੋਈ ਗਾਲ ਤੋਂ ਬਗੈਰ ਗੱਲ ਨਹੀਂ ਕਰਦਾ, ਮਾੜਾ ਸੁਣਦਾ, ਮਾੜਾ ਬੋਲਦਾ, ਮਾੜਾ ਤੱਕਦਾ, ਮਾੜਾ ਵੇਖਦਾ। ਆਦਤਾਂ ਮਾੜੀਆਂ ਨੇ। ਤੇ ਜਦੋਂ ਸਾਡੀਆਂ ਆਦਤਾਂ ਮਾੜੀਆਂ ਤੇ ਬੰਦਾ ਮਾੜਾ ਹੈ। ਆਦਤਾਂ ਚੰਗੀਆਂ ਬੰਦਾ ਤੇ ਉਹੀ ਹੁੰਦਾ, ਹੱਥ ਉਹੀ ਲੱਗਿਆ, ਪੈਰ ਉਹੀ ਲੱਗਿਆ, ਅੱਖਾਂ ਉਹੀ ਲੱਗੀਆਂ। ਜਿਹੜੇ ਮਾੜੇ ਦੇ ਲੱਗੀਆਂ ਉਹੀ ਚੰਗੇ ਦੇ ਲੱਗੀਆਂ। ਆਪਣੇ ਕੋਲ ਹੀ ਮਹਾਂਪੁਰਖ ਹੋਏ ਨੇ ਮਸਤੋਨਾਲ ਸਾਹਿਬ ਵਾਲੇ ਮਹਾਰਾਜ, ਸੰਤ ਬਾਬਾ ਅਤਰ ਸਿੰਘ ਮਹਾਰਾਜ ਮਸਤੋਨਾਲ ਵਾਲੇ। ਸਰੀਰ ਤੇ ਉਹਨਾਂ ਕੋਲ ਵੀ ਉਹੀ ਸੀ, ਹੱਥ ਤੇ ਉਹਨਾਂ ਦੇ ਵੀ ਉਹੀ ਸੀ, ਪੈਰ ਤੇ ਉਹਨਾਂ ਦੇ ਵੀ ਉਹੀ ਸੀ, ਸਾਰਾ ਕੁਝ ਉਹੀ ਸੀ। 5 ਭੂਤਕ ਸਰੀਰ ਸੀ। ਪਰ ਗੱਲ ਕੀ ਬਣ ਗਈ? ਗੱਲ ਇੱਥੋਂ ਮਨ ਦੀ ਬਣ ਗਈ। ਉਹਨਾਂ ਨੇ ਸੱਚਾਈ ਦੇ ਨਾਲ, ਉਹਨਾਂ ਨੇ ਸੱਚ ਦੇ ਨਾਲ ਪ੍ਰੇਮ ਪਾਲਿਆ ਤੇ ਅਸੀਂ ਝੂਠ ਦੇ ਨਾਲ ਪ੍ਰੇਮ ਪਾਈ ਬੈਠੇ ਹਾਂ। ਉਹਨਾਂ ਨੂੰ ਤੇ ਅੱਜ ਤੱਕ ਦੁਨੀਆ ਯਾਦ ਕਰਦੀ ਹੈ, ਮਹਾਂਪੁਰਖਾਂ ਨੂੰ। ਸਾਨੂੰ ਤੇ 2 ਪੀੜ੍ਹੀਆਂ ਤੱਕ ਨਹੀਂ ਕਿਸੇ ਨੇ ਯਾਦ ਕਰਨਾ। ਕਿਉਂ? ਕਿਉਂਕਿ ਅਸੀਂ ਝੂਠ ਨਾਲ ਜੁੜੇ ਆ। ਆਪਾਂ ਜਿੰਨੇ ਆ, ਕੋਈ ਹੈ ਵਿਰਲਾ ਜਿਹੜਾ ਸੱਚ ਨਾਲ ਜੁੜਿਆ। ਤੇ ਜਿਹੜਾ ਸੱਚ ਨਾਲ ਜੁੜਿਆ, ਸਤਿਗੁਰੂ ਜੀ ਕਹਿੰਦੇ ਨੇ ਉਹਨਾਂ ਦਾ ਤੇਜ ਨਹੀਂ ਚੱਲਿਆ ਜਾਂਦਾ। ਉਹ ਜਦੋਂ ਰਿਸ਼ਤੇਦਾਰੀ ਵਿੱਚ ਜਾਂਦਾ ਹੈ ਨਾ, ਜਦੋਂ ਰਿਸ਼ਤੇਦਾਰੀ ਵਿੱਚ ਜਾਂਦਾ ਹੈ, ਉਹ ਰਿਸ਼ਤੇਦਾਰਾਂ ਨੂੰ ਵੀ ਸਿੱਖ ਬਣਾ ਲੈਂਦਾ। ਰਿਸ਼ਤੇਦਾਰਾਂ ਨੂੰ ਉਹਦਾ ਜੀਵਨ ਵੀ ਤੁਰਦਾ ਫਿਰਦਾ ਪ੍ਰਚਾਰ ਹੈ। ਪ੍ਰਚਾਰ ਇਹ ਨਹੀਂ ਆਪਾਂ ਸਾਰੇ ਪ੍ਰਚਾਰ ਕਰ ਸਕਦੇ ਹਾਂ, ਜਿੰਨੇ ਬੈਠੇ ਆ ਨਾ ਸਾਰੇ ਕਰ ਸਕਦੇ ਆ। ਇਹ ਨਹੀਂ ਵੀ ਜਿਹੜਾ ਮਾਈਕ ਵਿੱਚ ਬੋਲਣ ਵਾਲਾ ਹੈ ਕੇਵਲ ਉਹੀ ਪ੍ਰਚਾਰ ਕਰ ਸਕਦਾ ਹੈ। ਪ੍ਰਚਾਰ ਸਾਡਾ ਜੀਵਨ ਵੀ ਹੋ ਸਕਦਾ ਹੈ। ਸਾਡੇ ਜੀਵਨ ਤੋਂ ਸਾਡੇ ਬੱਚੇ ਸੇਧ ਲੈ ਲੈਂਦੇ ਆ। ਉਹ ਮੇਰਾ ਪਿਤਾ ਅੰਮ੍ਰਿਤ ਵੇਲੇ ਉੱਠਦਾ, ਮੇਰੇ ਪਿਤਾ ਵਰਗਾ ਕੋਈ ਸਾਧੂ ਨਹੀਂ ਹੋ ਸਕਦਾ। ਉਹ ਮੇਰਾ ਪਿਤਾ ਬੇਈਮਾਨੀ ਨਹੀਂ ਕਰਦਾ ਕਿਸੇ ਨਾਲ, ਮੇਰਾ ਪਿਤਾ ਕਿਸੇ ਨਾਲ ਠੱਗੀ ਨਹੀਂ ਕਰਦਾ, ਮੇਰਾ ਪਿਤਾ ਝੂਠ ਨਹੀਂ ਬੋਲਦਾ। ਜਦੋਂ ਬੱਚੇ ਆਹ ਸੋਚਦੇ ਦੇਖਦੇ ਨੇ ਨਾ, ਸੁਣਦੇ ਨੇ, ਤੇ ਉਦੋਂ ਫਿਰ ਆਪ ਵੀ ਉਹ ਸੱਚ ਵੱਲ ਪ੍ਰੇਰੇ ਜਾਂਦੇ ਆ। ਜਦੋਂ ਵੇਖਦਾ ਮੇਰਾ ਪਿਤਾ ਤੇ ਝੂਠ ਬੋਲਦਾ, ਮੇਰਾ ਪਿਤਾ ਤੇ ਸ਼ਾਮ ਨੂੰ ਬੋਤਲ ਤੋਂ ਬਗੈਰ ਗੱਲ ਹੀ ਨਹੀਂ ਕਰਦਾ, ਨਸ਼ੇ ਤੋਂ ਬਗੈਰ ਗੱਲ ਹੀ ਨਹੀਂ ਕਰਦਾ, ਫਿਰ ਬੱਚਾ ਵੀ ਉਹੋ ਜਿਹੀ ਬਣ ਜਾਂਦਾ।
ਪਰਿਵਾਰ ਵੀ ਉਹੋ ਜਿਹੀ ਹੋ ਜਾਂਦਾ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਵਾਹਿਗੁਰੂ ਉਹਨਾਂ ਦੀ ਰਸਨਾ ਤੇ ਵਸਦਾ ਹੈ। ਕੀ ਆਖਿਆ ਜਿਹੜੇ ਨਾਮ ਜਪਦੇ ਆ, ਸਿਮਰਨ ਕਰਦੇ ਆ, ਸਤਿਗੁਰੂ ਜੀ ਕੀ ਆਖਦੇ ਨੇ, ਵਸਦਾ ਪਰਮਾਤਮਾ ਸਾਧੂ ਦੀ ਰਸਨਾ ਉੱਤੇ, ਵਸਦਾ ਪਰਮਾਤਮਾ ਸਾਧੂ ਦੀ ਰਸਨਾ ਉੱਤੇ, ਵਸਦੇ ਪਰਮਾਤਮਾ ਸਾਧੂ ਦੀ ਰਸਨਾ ਉੱਤੇ, ਵਸਦੇ ਪਰਮਾਤਮਾ ਸਾਧੂ ਦੀ ਰਸਨਾ ਉੱਤੇ, ਵਸਦੇ ਪਰਮਾਤਮਾ ਸਾਧੂ ਦੀ ਰਸਨਾ ਉੱਤੇ, 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 ਵਸਦਾ ਪਰਮਾਤਮਾ ਸਾਧੂ ਦੀ ਰਸਨਾ ਉੱਤੇ, ਵਸਦਾ ਪਰਮਾਤਮਾ ਹੋ ਸਾਧੂ ਦੀ ਰਸਨਾ ਉੱਤੇ, ਵਸਦੇ ਪਰਮਾਤਮਾ 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 ਸਾਧੂ ਦੀ ਰਸਨਾ ਉੱਤੇ, ਪ੍ਰਭ ਜੀ ਵਸ ਹੈ ਸਾਧ ਕੀ ਰਸਨਾ। ਕਹਿੰਦੇ ਨੇ ਅਸਲ ਵਿੱਚ ਇਹ ਗੱਲ ਦਾ ਮਤਲਬ ਇਹੀ ਹੈ ਵੀ ਸਾਧੂ ਕੱਪੜਿਆਂ ਨਾਲ ਨਹੀਂ, ਸਾਧੂ ਉਹਦੀ ਚਾਲ ਨਾਲ ਹੁੰਦਾ ਹੈ। ਭਗਤਾਂ ਕੀ ਚਾਲ ਨਰਾਲੀ, ਚਾਲਾ ਨਰਾਲੀ ਭਗਤਾਂ ਕੇਰੀ ਬਿਖਮ ਮਾਰਗ ਲਬ, ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਉਹ ਨਾ ਬਹੁਤਾ ਫਾਲਤੂ ਬੋਲਦੇ ਨੇ, ਨਾ ਬਹੁਤਾ ਖਾਂਦੇ ਨੇ, ਨਾ ਬਹੁਤਾ ਸੌਂਦੇ ਨੇ। ਇਹ ਚਾਲ ਹੋਇਆ ਕਰਦੀ ਹੈ ਉਹਨਾਂ ਦੀ, ਵਸਤਰਾਂ ਦੇ ਨਾਲ ਨਹੀਂ, ਕੱਪੜਿਆਂ ਦੇ ਨਾਲ ਨਹੀਂ। ਹੁਣ ਆਪਣੇ ਕੋਲ ਸਮਾਂ ਬਹੁਤ ਕੀਮਤੀ ਹੈ, ਬਹੁਤ ਘੱਟ ਹੈ, ਵਿਚਾਰਾਂ ਬਹੁਤ ਲੰਮੀਆਂ ਹੈ। ਥੋੜਾ ਜਿਹਾ ਆਪਾਂ ਸਾਖੀ ਪ੍ਰਮਾਣ ਦੇ ਨਾਲ ਜੁੜੀਏ। ਕਹਿੰਦੇ ਨੇ ਹੁਣ ਇਸੇ ਤਰ੍ਹਾਂ ਸਿੰਘਾਂ ਜੀ ਹੋਏ। ਧਿਆਨ ਨਾਲ ਸੁਣਿਓ ਭਾਈ, ਥੋੜੇ ਸਮੇਂ ਵਿੱਚ ਆਪਾਂ ਸਾਰੀ ਵਿਚਾਰ ਸੁਣਾ ਦੇਣੀ ਹੈ। ਗੱਲ ਸਾਧੂਆਂ ਤੋਂ ਚੱਲੀ ਹੈ ਨਾ, ਸਾਧੂਆਂ ਦੇ ਜੀਵਨ ਤੋਂ ਚੱਲੀ ਹੈ। ਬਈ ਇੱਕ ਘਰ ਵਿੱਚ, ਪਰਿਵਾਰ ਵਿੱਚ ਰਹਿਣ ਵਾਲਾ ਜਿਹੜਾ ਗ੍ਰਸਥੀ ਬੰਦਾ ਹੈ ਨਾ, ਗ੍ਰਸਥੀ ਬੰਦਾ, ਉਹ ਵੀ ਸਾਧੂ ਹੋ ਸਕਦਾ ਹੈ। ਕਿਵੇਂ ਹੋ ਸਕਦਾ ਹੈ? ਇਹ ਜ਼ਰੂਰੀ ਨਹੀਂ ਵੀ ਡੇਰੇ ਵਿੱਚ ਰਹਿਣ ਵਾਲੇ ਜਾਂ ਆਪਣੇ ਅਸਥਾਨਾਂ ਤੇ ਰਹਿਣ ਵਾਲੇ ਉਹੀ ਅਸਲ ਵਿੱਚ ਸਾਧੂ ਨੇ। ਜਿਨ੍ਹਾਂ ਕੋਲ ਗੱਡੀਆਂ ਜਾਂ ਜਿਨ੍ਹਾਂ ਕੋਲ ਗੁਰਦਾਰੇ ਆਪਣੇ ਨੇ ਜਾਂ ਆਪਣੇ ਡੇਰੇ ਨੇ, ਆਪਣੇ ਅਸਥਾਨ ਨੇ, ਉਹੀ ਸਾਧੂ ਨੇ। ਸਾਧੂ ਕੌਣ ਹੈ? ਆਪਾਂ ਵੀ ਸਾਧੂ ਹੋ ਸਕਦੇ ਆ। ਜਿੰਨੇ ਬੈਠੇ ਆ ਨਾ, ਆਪਣੇ ਵਿੱਚੋਂ ਵੀ ਪਤਾ ਨਹੀਂ ਕਿੰਨੇ ਕੁ ਸਾਧੂ ਹੋਣੇ। ਸਤਿਗੁਰੂ ਪਾਤਸ਼ਾਹ ਮਹਾਰਾਜ ਬਾਣੀ ਦੇ ਵਿੱਚ ਸਾਧਨਾ, ਸਾਧੂ ਨੂੰ ਆਖਦੇ ਨੇ। ਸਾਧਨਾ ਦਾ ਅਰਥ ਹੈ ਸਾਧੂ। ਹੁਣ ਜਦੋਂ ਸਿੰਘਾਂ ਜੀ ਹੋਏ, ਸਿੰਘਾਂ ਜੀ ਬੜੇ ਗਰੀਬ ਸਨ। ਭਗਤ ਸਿੰਘਾਂ ਜੀ, ਸਿੰਘਾਂ ਜੀ ਬੜੇ ਗਰੀਬ ਸਨ। ਗੁਰੂ ਨਾਨਕ ਮਹਾਰਾਜ ਜੀ ਦੇ ਵਕਤ ਹੋਏ। ਧਿਆਨ ਨਾਲ ਸੁਣਿਓ। ਉਹ ਜਦੋਂ ਸਿੰਘਾਂ ਜੀ ਦਿਹਾੜੀ ਕਰਦੇ ਨੇ, ਜਦੋਂ ਦਿਹਾੜੀ ਕਰਦੇ ਨੇ ਨਾ, ਸ਼ੀਤ ਦਾ ਟਾਈਮ ਹੈ, ਠੰਡ ਦਾ ਟਾਈਮ ਹੈ। ਕੁਦਰਤੀ ਨਾ ਇੱਕ ਦਿਨ ਹੋਇਆ, 2 ਦਿਨ ਹੋਏ, ਇੱਕ ਦਿਨ ਹੋਇਆ, 2 ਦਿਨ ਹੋਏ। ਕਹਿੰਦੇ ਨੇ ਜਦੋਂ
ਸਿੰਘਾਂ ਜੀ ਉਹਨਾਂ ਨੂੰ ਦਿਹਾੜੀ ਨਾ ਮਿਲੀ। ਧਿਆਨ ਨਾਲ ਸੁਣਿਓ। ਕਹਿੰਦੇ ਨੇ ਜਦੋਂ ਉਹਨਾਂ ਨੂੰ ਦਿਹਾੜੀ ਨਾ ਮਿਲੀ, 1 ਦਿਨ ਹੋਇਆ, 2 ਦਿਨ ਹੋਏ, 3 ਦਿਨ ਹੋਏ, ਘਰ ਵਿੱਚ ਕਿੰਨੇ 3 ਜੀ ਨੇ, ਇੱਕ ਆਪ ਹੈ, ਇੱਕ ਘਰ ਵਾਲੀ ਹੈ, ਇੱਕ ਛੋਟਾ ਜਿਹਾ ਬੱਚਾ ਹੈ ਗੋਦ ਵਿੱਚ, ਕੁਝ ਕੁ ਮਹੀਨਿਆਂ ਦਾ। 3 ਜੀ ਨੇ ਘਰ ਦੇ ਵਿੱਚ। ਹੁਣ ਲਗਾਤਾਰ 3 ਦਿਨ ਹੋ ਗਏ, ਕੰਮ ਨਹੀਂ ਮਿਲਿਆ, ਦਿਹਾੜੀ ਨਹੀਂ ਮਿਲੀ। ਕਹਿੰਦੇ ਨੇ 3 ਦਿਨਾਂ ਬਾਅਦ ਦਿਹਾੜੀ ਪ੍ਰਾਪਤ ਹੋਈ, ਤੇ ਜਿਹੜੀ ਦਿਹਾੜੀ ਹੋਈ ਨਾ, ਉਹ ਤੋਂ ਕੁਛ ਕੁ ਮਾਇਆ ਮਿਲੀ, ਕੁਛ ਕੁ ਮਾਇਆ, ਥੋੜੀ ਜਿਹੀ ਮਾਇਆ ਮਿਲੀ। ਤੇ ਉਹ ਮਾਇਆ ਲੈ ਕੇ ਨਾ ਸਿੰਘਾਂ ਜੀ, ਕਿਉਂਕਿ ਥੋੜੀ ਦੇ ਵਿੱਚ ਹੀ ਉਹਨਾਂ ਦਾ ਸਬਰ ਹੁੰਦਾ, ਜਿਹੜੇ ਨਾਮ ਜਪਣ ਵਾਲੇ ਆ। ਸੁਖੀ ਰਹਿਣਾ ਕਹਿੰਦੇ ਆਪਣੇ ਆਪ ਤੋਂ ਨੀਵੇਂ ਨੂੰ ਵੇਖ ਲੈ, ਦੁਖੀ ਹੋਣਾ ਤਾਂ ਆਪ ਤੋਂ ਉੱਚੇ ਨੂੰ ਵੇਖ ਲੈ। ਜੇ ਸੁਖੀ ਰਹਿਣਾ ਨਾ, ਆਪ ਤੋਂ ਨੀਵੇਂ ਨੂੰ ਵੇਖਿਆ ਕਰ, ਵੀ ਉਹਦੇ ਕੋਲ ਜਿਹੜੀ ਚੀਜ਼ ਹੈ ਆਪ ਤੋਂ ਨੀਵੇਂ ਨੂੰ ਵੇਖਿਆ ਕਰ। ਮੇਰੇ ਕੋਲ ਮੋਟਰਸਾਈਕਲ ਹੈ, ਉਹ ਫਲਾਣੇ ਕੋਲ ਸਾਈਕਲ ਹੈ, ਉਹਦੇ ਤੋਂ ਵਧੀਆ ਮੈਂ, ਕਿਰਪਾ ਕੀਤੀ ਹੈ ਮਹਾਰਾਜ ਨੇ ਮੇਰੇ ਤੇ। ਫਲਾਣੇ ਕੋਲ ਮੋਟਰਸਾਈਕਲ ਹੈ, ਮੈਨੂੰ ਤੇ ਗੱਡੀ ਦਿੱਤੀ ਹੈ ਪ੍ਰਮਾਤਮਾ ਨੇ। ਇਹ ਵੇਖਿਆ ਕਰ ਜੇ ਸੁਖੀ ਰਹਿਣਾ। ਕਹਿੰਦੇ ਨੇ ਹੁਣ ਜਿੰਨਾ ਕੋ ਉਹ ਮਿਲੀ ਮਾਇਆ ਲੈ ਕੇ ਲਹਿਣਾ ਜੀ ਦੀ ਦੁਕਾਨ ਤੇ, ਲਹਿਣਾ ਜੀ ਦੀ ਦੁਕਾਨ ਕੀਤੀ ਹੋਈ ਸੀ ਪਰਚੂਨ ਦੀ ਦੁਕਾਨ, ਤੇ ਭਾਈ ਲਹਿਣਾ ਜੀ ਇੱਕ ਦੇਵੀ ਦੇ ਉਪਾਸਕ ਸਨ, ਦੇਵੀ ਨੂੰ ਮੰਨਣ ਵਾਲੇ ਸਨ। ਤੇ ਨੋਟ ਕਰ ਲਿਓ, ਸ੍ਰੀ ਲਹਿਣਾ ਜੀ ਨਾ ਦੇਵੀ ਦੇ ਉਪਾਸਕ ਸਨ, ਤੇ ਸ੍ਰੀ ਲਹਿਣਾ ਜੀ ਨੇ ਨਾ ਸੇਵਾ ਕੀਤੀ ਗੁਰੂ ਨਾਨਕ ਜੀ ਦੀ, ਸੰਗ ਕੀਤਾ ਗੁਰੂ ਨਾਨਕ ਜੀ ਦਾ। ਧਿਆਨ ਨਾਲ ਸੁਣਿਓ, ਸੰਗ ਕੀਤਾ ਧੰਨ ਗੁਰੂ ਨਾਨਕ ਜੀ ਦਾ ਸ੍ਰੀ ਲਹਿਣਾ ਜੀ ਨੇ। ਤੇ ਲਹਿਣਾ ਜੀ ਤੋਂ ਗੁਰੂ ਅੰਗਦ ਜੀ ਬਣ ਗਏ। ਲਹਿਣਾ ਜੀ ਤੋਂ ਗੁਰੂ ਅੰਗਦ ਜੀ, ਇੱਕ ਦੇਵੀ ਦੇ ਉਪਾਸਕ ਵੇਖ ਲਓ, ਇੱਕ ਦੇਵੀ ਨੂੰ ਮੰਨਣ ਵਾਲੇ, ਜਿਹੜੇ ਹਰ ਸਾਲ ਘੁੰਗਰੂ ਪੈਰਾਂ ਵਿੱਚ ਬੰਨ੍ਹ ਕੇ ਜਾਇਆ ਕਰਦੇ ਸਨ ਚਾਲੇ ਤੇ। ਤੇ ਕਹਿੰਦੇ ਨੇ ਉਹ ਸ੍ਰੀ ਲਹਿਣਾ ਜੀ ਬਾਣੀਏ ਦੀ ਕੌਮ ਦੇ ਵਿੱਚੋਂ ਹੋਏ। ਤੇ ਕਹਿੰਦੇ ਨੇ ਉਹਨੇ ਦੁਕਾਨ ਕੀਤੀ ਹੋਈ ਸੀ ਪਰਚੂਨ ਦੀ, ਗੁਰੂ ਨਾਨਕ ਜੀ ਦਾ ਸੰਗ ਕੀਤਾ ਸ੍ਰੀ ਲਹਿਣਾ ਜੀ ਨੇ। ਲਹਿਣਾ ਜੀ ਤੋਂ ਕੌਣ ਬਣ ਗਏ? ਗੁਰੂ ਅੰਗਦ ਪਾਤਸ਼ਾਹ, ਦੂਸਰੇ ਪਾਤਸ਼ਾਹ ਹੋਏ ਨੇ ਭਾਈ ਲਹਿਣਾ ਜੀ। ਉਹਦੀ ਦੁਕਾਨ ਕੀਤੀ ਹੋਈ ਹੈ, ਉਹਦੀ ਦੁਕਾਨ ਤੇ ਚਲੇ ਗਏ। ਐਵੇਂ ਨਹੀਂ ਉਹ ਦੂਸਰੇ ਪਾਤਸ਼ਾਹ ਬਣ ਗਏ, ਪਹਿਲਾਂ ਤੋਂ ਹੀ ਸਾਧੂ ਸਨ, ਉਹ ਸਾਧੂ ਰੂਪ ਸਨ, ਸਾਧੂ ਵਾਲਾ ਸੁਭਾਅ ਸੀ ਪਹਿਲਾਂ ਤੋਂ। ਜਦੋਂ ਗਏ ਨਾ ਜਾ ਕੇ, ਕਹਿੰਦੇ ਸ਼੍ਰੀ ਲਹਿਣਾ ਜੀ ਦੇ ਦੁਕਾਨ ਤੇ ਸਿੰਘਾਂ ਜੀ ਨੇ ਉਹ ਪੈਸੇ ਦਿੱਤੇ ਮਾਇਆ ਇੱਕ ਦਿਹਾੜੀ। ਹੁਣ ਉਹ ਦੁਕਾਨ ਇੱਕੋ ਹੀ ਸੀ, ਉਸੇ ਤੋਂ ਸੌਦਾ ਲਿਆਉਂਦੇ ਹੁੰਦੇ ਸਨ ਸਿੰਘਾਂ ਜੀ। ਤੇ ਲਹਿਣਾ ਜੀ ਨੂੰ ਪਤਾ ਸੀ ਵੀ ਇਹਨੂੰ 3 ਦਿਨ ਹੋ ਗਏ ਸੌਦਾ ਲਗਾਏ ਨੂੰ, ਭਾਵ ਕੇ ਆਟਾ ਲੈਣ ਆਇਆ ਸੀ, ਵੀ 3 ਦਿਨ ਹੋ ਗਏ, ਜਿੰਨੀ ਕੁ ਦਿਹਾੜੀ ਲੱਗਦੀ ਸੀ ਆਟਾ ਲੈ ਜਾਂਦਾ ਸੀ, ਤੇ ਬਸ ਦਿਨ ਕੱਟੀ ਕਰਦੇ ਸਨ। ਤੇ ਕਹਿੰਦੇ ਨੇ ਹੁਣ ਸ਼੍ਰੀ ਲਹਿਣਾ ਜੀ ਨੇ ਜਦੋਂ ਉਹ ਪੈਸੇ ਫੜੇ, ਪੈਸੇ ਫੜ ਕੇ ਮਾਇਆ ਫੜ ਕੇ ਨਾ, ਉਹਦਾ ਜਿੰਨਾ ਆਟਾ ਆਇਆ ਸ਼੍ਰੀ ਲਹਿਣਾ ਜੀ ਨੇ ਸਿੰਘਾਂ ਜੀ ਨੂੰ ਉਹਨਾਂ ਆਟਾ ਤੋਲ ਦਿੱਤਾ। ਤੇ ਸਿੰਘਾਂ ਜੀ ਨੇ ਕੀ ਕਿਹਾ ਵੀ ਜਿੰਨਾ ਆਟਾ ਆਉਂਦਾ ਉਹਨਾਂ ਕੁ ਪਾ ਕੇ ਨਾ, ਬਾਕੀ ਥੋੜਾ ਜਿਹਾ ਲੂਣ ਪਾ ਦਿਓ ਵਿੱਚ, ਬਸ ਲੂਣ ਇਹ ਪ੍ਰਸ਼ਾਦੇ ਪਕਾ ਕੇ ਹੀ ਛਕ ਲਵਾਂਗੇ। ਉਹਨਾਂ ਦਾ ਮਨ ਬਰਕਤ ਹੋ ਜਾਂਦਾ ਹੈ, ਤ੍ਰਿਪਤ ਹੋ ਜਾਂਦਾ ਹੈ। ਮਾਤਾ ਤ੍ਰਿਪਤਾ ਜੀ ਹੋਏ ਗੁਰੂ ਨਾਨਕ ਜੀ ਦੇ ਮਾਤਾ ਜੀ। ਤ੍ਰਿਪਤ, ਜਿੱਥੇ ਤ੍ਰਿਪਤ ਹਿਰਦਾ ਹੋਵੇ ਨਾ, ਪ੍ਰਮਾਤਮਾ ਉੱਥੇ ਹੀ ਆਉਂਦਾ ਹੈ। ਗੁਰੂ ਨਾਨਕ ਜੀ ਮਾਤਾ ਤ੍ਰਿਪਤਾ ਦੀ ਕੁੱਖੋਂ ਹੋਏ। ਤ੍ਰਿਪਤ ਕੌਣ ਹੈ? ਕਹਿੰਦੇ ਜੇ ਘਰ ਨਹੀਂ ਹੈ ਚਾਹੀਦਾ ਵੀ ਨਹੀਂ, ਜੇ ਪੈਰਾਂ ਵਿੱਚ ਪਾਉਣ ਵਾਸਤੇ ਜੋੜਾ ਨਹੀਂ ਚਾਹੀਦਾ ਵੀ ਨਹੀਂ, ਮਾਇਆ ਨਹੀਂ ਤੇ ਚਾਹੀਦੀ ਵੀ ਨਹੀਂ, ਇਹਨੂੰ ਕਹਿੰਦੇ ਨੇ ਤ੍ਰਿਪਤੀ। ਤ੍ਰਿਪਤ ਹੋ ਗਿਆ ਹਿਰਦਾ, ਤ੍ਰਿਪਤ ਸੀ ਉਹਨਾਂ ਦਾ ਹਿਰਦਾ। ਉਹ ਜਦੋਂ ਨਾ ਇੰਨਾ ਇੱਕ ਬੁੱਕ, ਬਸ ਥੋੜਾ ਜਿਹਾ ਇੱਕ ਬੁੱਕ ਕਿੰਨਾ ਕੁ ਹੁੰਦਾ, 2-4 ਪ੍ਰਸ਼ਾਦੇ ਲੈਂਦੇ ਆ। ਇੱਕ ਬੁੱਕ ਆਟੇ ਦਾ ਆਇਆ
ਤੇ ਸ੍ਰੀ ਲਹਿਣਾ ਜੀ ਨੇ ਨਾ ਉਹ ਤੋਲ ਕੇ ਤੋਲ ਪੂਰਾ ਕਰਕੇ ਕਹਿੰਦੇ ਇੱਕ ਬੁੱਕ ਚੱਕ ਕੇ ਹੋਰ ਪਾ ਦਿੱਤਾ। ਜਦੋਂ ਸਿੰਘਾਂ ਜੀ ਨੇ ਵੇਖਿਆ ਵੀ ਆ ਇੱਕ ਬੁੱਕ ਹੋਰ ਪਾਇਆ ਇਹਨੇ, ਉਹ ਕਹਿੰਦਾ ਦੂਸਰਾ ਬੁੱਕ ਤੇ ਕਿਉਂ ਪਾਇਆ ਆਟੇ ਦਾ ਭਰ ਕੇ? ਸ੍ਰੀ ਲਹਿਣਾ ਜੀ ਦਾ ਜਵਾਬ ਪਤਾ ਕੀ ਸੀ? ਸ੍ਰੀ ਲਹਿਣਾ ਜੀ ਦਾ ਜਵਾਬ ਸੀ ਕਿ 3 ਦਿਨਾਂ ਬਾਅਦ ਤੂੰ ਆਇਆ ਸੌਦਾ ਲੈਣ ਵਾਸਤੇ, ਆਟਾ ਲੈਣ ਵਾਸਤੇ ਆਇਆ। ਤੂੰ ਘਰ ਦੇ ਵਿੱਚ ਤੇਰੇ ਘਰ ਵਾਲੀ ਵੀ ਹੈ, ਛੋਟਾ ਜਿਹਾ ਬੱਚਾ ਵੀ ਹੈ, ਰੱਜ ਕੇ ਖਾ ਲਿਓ ਅੱਜ ਤੇ ਕੋਈ ਗੱਲ ਨਹੀਂ, ਮੈਂ ਆਪਣੇ ਕੋਲੋਂ ਪਾ ਦਿੱਤਾ। ਸਾਧੂ ਸੁਭਾਅ ਸੀ ਉਹਦਾ, ਜਿਹੜਾ ਹੋਰ ਦਾ ਦੁੱਖ ਨਾ ਦੇਖ ਸਕੇ, ਉਹਨੂੰ ਪਰਉਪਕਾਰੀ ਕਹਿੰਦੇ ਆ। ਕੋਈ ਵਿਰਲਾ ਹੋਣਾ ਜਿਹੜਾ ਪਰਉਪਕਾਰੀ ਹੋਵੇ। ਪਰ ਉਪਕਾਰੀ ਜਿਹੜਾ ਪਰਾਏ ਦੇ ਉਪਕਾਰ ਕਰੇ। ਆਪਣੇ ਤੇ ਤਾਂ ਸਾਰੇ ਕਰਦੇ, ਆਪਣੇ ਬੱਚਿਆਂ ਬਾਰੇ ਤਾਂ ਹਰ ਇੱਕ ਹੀ ਸੋਚਦਾ, ਆਪਣੇ ਪਰਿਵਾਰ ਬਾਰੇ ਤੇ ਹਰ ਇੱਕ ਹੀ ਸੋਚਦਾ, ਆਪਣੇ ਘਰ ਵਾਲੀ ਬਾਰੇ ਤੇ ਹਰ ਇੱਕ ਹੀ ਸੋਚਦਾ। ਪਰ ਕਹਿੰਦੇ ਨੇ ਜਿਹੜਾ ਪਰਾਏ ਬਾਰੇ ਸੋਚੇ ਨਾ, ਅਸਲ ਵਿੱਚ ਉਹ ਹੈ ਪਰਉਪਕਾਰੀ। ਤੇ ਜਿਹੜੇ ਨੇ ਪਰਉਪਕਾਰੀ ਉਹਨਾਂ ਵਾਸਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਹਿ ਦਿੱਤਾ, ਪਰ ਉਪਕਾਰੀ ਆਏ ਤੇਰੇ ਜਨ ਪਰ ਉਪਕਾਰੀ ਆਏ, 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 ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਨਾਏ, ਪਰ ਉਪਕਾਰੀ ਆਏ, ਪਰ ਉਪਕਾਰੀ ਆਏ, ਤੇਰੇ ਜਨ 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 ਪਰ ਉਪਕਾਰੀ ਆਏ, ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਬੁਲਾਏ। ਕਹਿੰਦੇ ਹੁਣ ਸਿੰਘਾਂ ਜੀ ਨਾ ਜਦੋਂ ਉਹ ਕਹਿੰਦੇ ਆਹ ਬੁੱਕ ਜਿਹੜਾ ਦੂਸਰਾ ਪਾਇਆ ਇਹ ਕਿਉਂ ਪਾਇਆ? ਕਹਿੰਦਾ ਓਏ ਤੇਰਾ ਪਰਿਵਾਰ ਵੱਡਾ ਹੈ, 3 ਜੀਓ ਤੇ ਆਟਾ ਘੱਟ ਹੈ ਤਾਂ ਪਾਇਆ ਵੀ ਰੱਜ ਕੇ ਖਾ ਲਵੋਗੇ, ਰੱਜ ਕੇ ਅੱਜ ਤੇ ਛਕ ਲਵੋਗੇ। 3 ਦਿਨ ਹੋ ਗਏ ਤੈਨੂੰ ਆਟਾ ਲਗਾਏ ਨੂੰ, 3 ਦਿਨਾਂ ਦਾ ਭੁੱਖ ਹੈ ਤੇਰਾ ਪਰਿਵਾਰ ਤੇ ਤੂੰ, ਤੇ ਤਾਂ ਕਰਕੇ ਆ ਮੈਂ ਬੁੱਕ ਪਾਇਆ, ਤਾਂ ਕਰਕੇ ਬੁੱਕ ਪਾਇਆ ਵੀ ਅੱਜ ਰੱਜ ਕੇ ਖਾ ਲਵੋਗੇ। ਕਹਿੰਦੇ ਨੇ ਫਿਰ ਕੀ ਕਿਹਾ? ਭਾਈ ਸਿੰਘਾਂ ਜੀ ਨੇ ਕਿਹਾ, ਕਹਿੰਦੇ ਨਹੀਂ ਆਹ ਬੁੱਕ ਜਿਹੜਾ ਪਾਇਆ ਇਹਨਾਂ ਨੂੰ ਕੱਢ ਲੈ ਵਾਪਸ। ਕਹਿੰਦਾ ਕਿਉਂ? ਉਹ ਹੈਰਾਨ ਹੋ ਗਿਆ। ਆਪਾਂ ਇੱਥੇ ਗੱਲ ਸ਼ੁਰੂ ਕੀਤੀ ਸੀ ਨਾ, ਕਈਆਂ ਦਾ ਜੀਵਨ ਵੀ ਪ੍ਰਚਾਰ ਹੁੰਦਾ, ਉਹਨਾਂ ਦਾ ਜੀਵਨ ਵੇਖ ਕੇ ਬੱਚੇ ਸੁਧਰ ਜਾਂਦੇ ਆ, ਉਹਨਾਂ ਦਾ ਜੀਵਨ ਵੇਖ ਕੇ ਰਿਸ਼ਤੇਦਾਰ ਸੁਧਰ ਜਾਂਦੇ ਆ। ਜਿਨ੍ਹਾਂ ਦੇ ਘਰੇ ਮਹਾਂਪੁਰਖ ਆਉਂਦੇ ਰਹਿੰਦੇ ਆ, ਨਾਮ ਜਪਣ ਵਾਲੇ ਆਉਂਦੇ ਰਹਿੰਦੇ ਆ, ਉਹ ਪਰਿਵਾਰ ਤੇ ਜਿਨ੍ਹਾਂ ਦੇ ਘਰ ਸ਼ਰਾਬਾਂ ਦੇ ਦੌਰ ਚੱਲਦੇ ਨੇ, ਉਹ ਪਰਿਵਾਰਾਂ ਵਿੱਚ ਬੜਾ ਵੱਡਾ ਅੰਤਰ ਹੁੰਦਾ। ਤੁਸੀਂ ਦਰਸ਼ਨ ਕਰਕੇ ਵੇਖਿਓ ਕਦੇ, ਉਹਨਾਂ ਦੇ ਬੱਚਿਆਂ ਦੇ ਵਿੱਚ ਵੀ ਤੇ ਉਹਨਾਂ ਦੇ ਬੱਚਿਆਂ ਦੇ ਵਿੱਚ ਵੀ ਬੜਾ ਫਰਕ ਹੁੰਦਾ ਹੈ। ਹੁਣ ਜਦੋਂ ਕਹਿੰਦੇ ਇਹਨੂੰ ਕੱਢ ਲੈ ਜਿਹੜਾ ਬੁੱਕ ਪਾਇਆ, ਕਹਿੰਦਾ ਕੀ ਗੱਲ, ਮੈਂ ਤੇ ਤੇਰਾ ਭਲਾ ਕੀਤਾ, ਮੈਂ ਤੇ ਤੇਰਾ ਫਾਇਦਾ ਕੀਤਾ। ਕਹਿੰਦਾ ਨਹੀਂ, ਮੇਰੇ ਗੁਰੂ ਦਾ ਹੁਕਮ ਹੈ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾ ਮਰਦਾਰ ਨਾ ਖਾਏ। ਮੇਰੇ ਗੁਰੂ ਦਾ ਹੁਕਮ ਹੈ ਵੀ ਪਰਾਇਆ ਹੱਕ ਨਹੀਂ ਖਾਣਾ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਜੇ ਮੁਸਲਮਾਨ ਹੱਕ ਖਾਂਦਾ ਹੈ ਤਾਂ ਸੂਰ ਖਾਨ ਦੇ ਬਰਾਬਰ ਹੈ। ਉਹ ਸੂਰ ਨੂੰ ਮੰਨਦੇ ਆ। ਜਿਹੜੇ ਹਿੰਦੂ ਵੀਰ ਨੇ
ਉਹ ਗਾਂ ਨੂੰ ਮੰਨਦੇ ਨੇ, ਕਹਿੰਦੇ ਉਸ ਸੂਅਰ ਉਸ ਗਾਏ ਜੇ ਹਿੰਦੂ ਖਾਂਦਾ ਤਾਂ ਗਾਂ ਖਾਣ ਦੇ ਬਰਾਬਰ ਹੈ, ਜਿਹੜਾ ਪਰਾਇਆ ਹੱਕ ਖਾਂਦਾ। ਉਹ ਮੇਰੇ ਗੁਰੂ ਦਾ ਹੁਕਮ ਹੈ, ਪਰਾਇਆ ਹੱਕ ਨਹੀਂ ਖਾਣਾ। ਇਸ ਕਰਕੇ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਵਾ ਤਾਂ ਪਰੇ ਜਾ ਮਰਦਾਰਨਾ। ਹੋ ਗੁਰੂਆਂ ਪੀਰਾਂ ਨੇ ਪਰਨੀ ਨਾ ਤੇਰੀ ਹਾਮੀ ਓਏ, ਪਰਾਇਆ ਹੱਕ ਖਾਣ ਵਾਲਿਆ। ਗੁਰੂਆਂ ਪੀਰਾਂ ਨੇ ਪਰਨੀ ਨਾ ਤੇਰੀ ਹਾਮੀ ਓਏ, ਪਰਾਇਆ ਹੱਕ ਖਾਣ ਵਾਲਿਆ। ਗੁਰੂਆਂ ਪੀਰਾਂ ਨੇ ਪਰਨੀ ਨਾ ਤੇਰੀ ਹਾਮੀ ਓਏ, ਪਰਾਇਆ ਹੱਕ ਖਾਣ ਵਾਲਿਆ। ਗੁਰੂਆਂ ਪੀਰਾਂ ਨੇ ਪਰਨੀ ਨਾ ਤੇਰੀ ਹਾਮੀ ਓਏ, ਪਰਾਇਆ ਹੱਕ ਖਾਣ ਵਾਲਿਆ। ਪੀਰਾਂ ਨੇ ਪਰਨੀ ਨਾ ਤੇਰੀ ਹਾਮੀ ਓਏ, ਪਰਾਇਆ ਹੱਕ ਖਾਣ ਵਾਲਿਆ। ਗੁਰੂਆਂ ਪੀਰਾਂ ਨੇ ਪਰਨੀ ਨਾ ਤੇਰੀ ਹਾਮੀ ਓਏ, ਪਰਾਇਆ ਹੱਕ ਖਾਣ ਵਾਲਿਆ। ਪਰਾਇਆ ਹੱਕ ਜੀ ਖਾਣ ਵਾਲਿਆ, ਪਰਾਇਆ ਹੱਕ ਜੀ ਹਾਂ ਖਾਣ ਵਾਲਿਆ। ਪਰਾਇਆ ਹੱਕ ਜੀ ਖਾਣ ਵਾਲਿਆ, ਪਰਾਇਆ ਹੱਕ ਜੀ ਖਾਣ ਵਾਲਿਆ। ਪਰਾਇਆ ਹੱਕ ਜੀ ਖਾਣ ਵਾਲਿਆ, ਪਰਾਇਆ ਹੱਕ ਜੀ ਖਾਣ ਵਾਲਿਆ। ਗੁਰੂਆਂ ਪੀਰਾਂ ਨੇ ਪਰਨੀ ਨਾ ਤੇਰੀ ਹਾਮੀ, ਪਰਾਇਆ ਹੱਕ ਖਾਣ ਵਾਲਿਆ। ਗੁਰੂਆਂ ਪੀਰਾਂ ਨੇ ਪਰਨੀ ਨਾ ਤੇਰੀ ਹਾਮੀ ਓਏ, ਪਰਾਇਆ ਹੱਕ ਖਾਣ ਵਾਲਿਆ। ਗੁਰੂਆਂ ਪੀਰਾਂ ਨੇ ਪਰਨੀ ਨਾ ਤੇਰੀ ਹਾਮੀ ਓਏ, ਪਰਾਇਆ ਹੱਕ ਖਾਣ ਵਾਲਿਆ। ਪੀਰਾਂ ਨੇ ਪਰਨੀ ਨਾ ਤੇਰੀ ਹਾਮੀ ਓਏ, ਪਰਾਇਆ ਹੱਕ ਖਾਣ ਵਾਲਿਆ। ਉਹ ਹੱਕ ਪਰਾਇਆ ਨਾਨਕ ਉਹ ਸੂਰ ਉਸ ਗਾਏ, ਗੁਰ ਪੀਰ ਹਮੰਤਾ ਪਰੇ ਜਾਗਰ ਧਰਨ ਆਏ। ਗੁਰ ਪੀਰ ਹਾਮਾ ਤਾਂ ਭਰੈ ਜਾ ਮਰਦਾਰ ਨਾ ਖਾਏ। ਕਹਿੰਦੇ ਨੇ ਉਹਨਾਂ ਦੀ ਹਾਮੀ ਨਹੀਂ ਗੁਰੂ ਪੀਰ ਭਰਦੇ ਉਹਨਾਂ ਦੀ, ਭਾਵੇਂ ਉਹ ਹਿੰਦੂ ਹੈ ਭਾਵੇਂ ਮੁਸਲਮਾਨ ਹੈ। ਜਿਹੜਾ ਪਰਾਇਆ ਹੱਕ ਖਾਂਦਾ ਹੈ, ਪਰਾਇਆ ਹੱਕ ਕੀ ਹੈ? ਫਲਾਣੇ ਦੀ ਗੱਡੀ ਮੇਰੀ ਹੋਵੇ, ਪਰਾਇਆ ਹੱਕ ਹੈ। ਜਿਹਦੇ ਮਨ ਇਹ ਤਾਤ ਪਰਾਈ ਹੁੰਦੀ ਹੈ ਨਾ, ਸਤਿਗੁਰੂ ਜੀ ਲਿਖਦੇ ਨੇ ਗੁਰਬਾਣੀ ਦੇ ਵਿੱਚ, ਮੈਂ ਨਹੀਂ ਕਹਿੰਦਾ, ਸਤਿਗੁਰੂ ਜੀ ਕਹਿੰਦੇ ਜਿਸ ਕੈ ਮਨ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ। ਉਹਦਾ ਭਲਾ ਨਹੀਂ ਹੁੰਦਾ ਜਿਹਦੇ ਮਨ ਵਿੱਚ ਤਾਤ ਪਰਾਈ ਹੋਵੇ। ਤਾਤ ਪਰਾਈ ਕੀ ਹੈ? ਫਲਾਣੇ ਦੀ ਜ਼ਮੀਨ ਮੇਰੀ ਹੋ ਜੇ, ਫਲਾਣੇ ਦਾ ਘਰ ਮੇਰਾ ਹੋ ਜੇ, ਫਲਾਣੇ ਦੀ ਗੱਡੀ ਮੇਰੀ ਹੋ ਜੇ, ਉਹਨੂੰ ਕਹਿੰਦੇ ਨੇ ਤਾਤ ਪਰਾਈ। ਆਪੋ ਆਪਣੇ ਮਨਾਂ ਵਿੱਚ ਇਹ ਖਿਆਲ ਕਰ ਲਿਓ, ਜਿਨ੍ਹਾਂ ਦੇ ਮਨ ਵਿੱਚ ਇਹ ਤਾਤ ਪਰਾਈ ਹੈ ਨਾ, ਉਹਦਾ ਕਦੇ ਵੀ ਭਲਾ ਨਹੀਂ ਹੁੰਦਾ। ਇਹ ਗੱਲ ਮੈਂ ਨਹੀਂ, ਮੇਰੇ ਸਤਿਗੁਰੂ ਜੀ ਆਖਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਚ ਲਿਖਿਆ, ਕਹਿੰਦੇ ਨੇ ਹੁਣ ਸਿੰਘਾਂ ਜੀ ਕਹਿੰਦੇ ਆ ਪਰਾਈ ਤਾਤ ਹੈ, ਪਰਾਇਆ ਹੱਕ ਹੈ, ਇਹ ਮੈਂ ਨਹੀਂ ਲੈਣਾ, ਇਹਨੂੰ ਕੱਢ ਲੈ, ਮੇਰੇ ਗੁਰੂ ਦਾ ਹੁਕਮ। ਉਹ ਕਹਿੰਦੇ ਤੇਰਾ ਗੁਰੂ ਕਿਹੜਾ ਵੇਖਦਾ ਇੱਥੇ? ਤੇਰਾ ਗੁਰੂ ਕਿਹੜਾ ਵੇਖਦਾ? ਸਤਿਗੁਰੂ ਜੀ ਸਭ ਕੁਝ ਵੇਖਦੇ ਨੇ, ਉਹ ਤੇ ਸਭ ਥਾਂ ਹਾਜ਼ਰ ਨਾਜ਼ਰ ਨੇ। ਕਹਿੰਦੇ ਬੰਦਿਆ ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਹਾ ਛੁਪਾਵੇ। ਕਹਿੰਦੇ ਉਹ ਤੋਂ ਕਿਵੇਂ ਛੁਪਾ ਸਕਦੇ? ਕਈ ਤੇ ਭਲੇ ਨੇ ਜਿਹੜੇ ਸੁੱਖ ਮੰਗਦੇ ਐ ਇੱਕ ਦੂਸਰੇ ਪਰਿਵਾਰਾਂ ਦਾ, ਕਈ ਤੇ ਭਰਾ ਦਾ ਫਰਜ਼ ਨਿਭਾਉਂਦੇ ਨੇ, ਪਰ ਕਈ ਤੇ ਬਾਹਰੋਂ ਭਰਾ ਨੇ, ਬਾਹਰੋਂ ਭਾਈ ਨੇ ਤੇ ਅੰਦਰੋਂ ਕਸਾਈ ਨੇ। ਕਈ ਇਦਾਂ ਦਾ ਵੀ ਹੈ। ਕਹਿੰਦੇ ਹੁਣ ਉਹ ਜਦੋਂ ਸ੍ਰੀ ਸਿੰਘਾਂ ਜੀ ਕਹਿੰਦੇ ਨੇ ਉਹ ਇੰਨਾ ਘਾਟਾ ਲੈ ਕੇ ਨਾ ਵਾਪਸ ਗਏ। ਧਿਆਨ ਨਾਲ ਸੁਣਿਓ, ਥੋੜੇ ਸਮੇਂ ਵਿੱਚ ਆਪਾਂ ਸਮਾਪਤੀ ਕਰਾਂਗੇ। ਥੋੜਾ ਜਿਹਾ ਆਟਾ ਜਿੰਨਾ ਕਾਇਆ ਸੀ ਨਾ, ਉਹ ਲੈ ਕੇ ਜਦੋਂ ਵਾਪਸ ਗਏ ਆਪਣੇ ਘਰ ਵਾਲੀ ਨੂੰ ਕਿਹਾ,
ਹੁਣ ਗੱਲ ਚੱਲੀ ਸੀ ਵੀ ਕਈ ਤੇ ਬਾਹਰੋਂ ਭਰਾ, ਬਾਹਰੋਂ ਭਾਈ ਤੇ ਅੰਦਰੋਂ ਕਸਾਈ ਨੇ, ਪਰ ਕਈ ਨਿਮਰਤਾ ਵਾਲੇ ਵੀ ਨੇ ਜਿਹੜੇ ਆਪਣੇ ਭਰਾ ਬਾਰੇ ਸੋਚਦੇ ਆ। ਇੱਕ ਏਦਾਂ ਹੀ ਨਾ ਗੁਰੂ ਨਾਨਕ ਪਾਤਸ਼ਾਹ ਜੀ ਸਾਹਮਣੇ ਵੇਖ ਰਹੇ ਨੇ, ਦੋ ਭਰਾ ਨੇ, ਪਹਿਲਾਂ ਖੇਤਾਂ ਵਿੱਚ ਬੋਹਲ, ਅੱਜ ਕੱਲ ਤੇ ਮੰਡੀਆਂ ਆ ਗਈਆਂ, ਪਹਿਲਾਂ ਖੇਤਾਂ ਵਿੱਚ ਬੋਹਲ ਲੱਗਦੇ ਹੁੰਦੇ ਸੀ, ਖੇਤਾਂ ਵਿੱਚ ਹੀ ਢੇਰੀਆਂ ਹੁੰਦੀਆਂ ਕਣਕ ਦੀਆਂ, ਤੇ ਉਹ ਕਣਕ ਦੀਆਂ ਢੇਰੀਆਂ ਕਹਿੰਦੇ ਦੋ ਪਈਆਂ ਨੇ, ਤੇ ਸਾਹਮਣੇ ਗੁਰੂ ਨਾਨਕ ਜੀ ਵੇਖ ਰਹੇ ਨੇ, ਉਹ ਦੋ ਭਰਾ ਕਹਿੰਦੇ ਨੇ ਆਪਣੀ ਆਪਣੀ ਢੇਰੀ ਕੋਲ ਖੜੇ ਨੇ। ਇੱਕ ਭਰਾ ਨੇ ਦੂਸਰੇ ਭਰਾ ਨੂੰ ਪਿੰਡ ਭੇਜ ਦਿੱਤਾ, ਕਹਿੰਦਾ ਜਾ ਕੁਛ ਲੈ ਕੇ ਆ ਘਰੋਂ, ਪ੍ਰਸ਼ਾਦਾ ਪਾਣੀ ਜੋ ਵੀ ਹੈ, ਚਲੋ ਉਹਨੇ ਘਰ ਭੇਜ ਦਿੱਤਾ। ਉਹ ਘਰ ਆ ਗਿਆ, ਜਦੋਂ ਦਿਖਣੋਂ ਹਟ ਗਿਆ ਨਾ, ਚੁੱਕਿਆ ਕਹਿੰਦੇ ਉਹਨੇ ਪੀਪਾ, ਬਾਲਟੀਆਂ ਕਹਿੰਦੇ 1 2 3 4 ਕਰਕੇ ਕਹਿੰਦੇ ਦੂਸਰੀ ਢੇਰੀ 'ਚ ਪਾ ਲਈਆਂ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਚਲੇ ਗਏ, ਕਹਿੰਦੇ ਭਈਆ ਕੀ ਇਹ ਕੀ ਕੀਤਾ, ਤੇ ਆਪਣੇ ਭਰਾ ਨਾਲ ਧੋਖਾ ਕੀਤਾ, ਉਹਦਾ ਹੱਕ ਉਹਦੀ ਕਮਾਈ ਕਹਿੰਦੇ ਆਪ ਤੈਂ ਲੈ ਲਈ। ਉਹ ਕਹਿੰਦੇ ਨਹੀਂ, ਮੇਰਾ ਭਰਾ ਮੇਰੇ ਤੋਂ ਵੱਡਾ ਹੈ, ਉਹ ਜਿਹੜਾ ਪਿੰਡ ਗਿਆ, ਮੇਰੇ ਮਾਤਾ ਪਿਤਾ ਵੀ ਉਹਦੇ ਕੋਲ ਹੀ ਰਹਿੰਦੇ ਆ, ਰਿਸ਼ਤੇਦਾਰ ਮੇਰੇ ਨਾਲੋਂ ਵੱਧ ਉਹਦੇ ਕੋਲ ਆਉਂਦੇ ਆ, ਉਹਦਾ ਪਰਿਵਾਰ ਵੱਡਾ, ਉਹਦੇ ਬੱਚੇ ਵੱਡੇ ਵੱਧ ਨੇ, ਤੇ ਇਸ ਕਰਕੇ ਉਹਦੀ ਕਬੀਲਦਾਰੀ ਵੱਡੀ ਹੈ। ਮੈਂ ਆਪਣੀ ਢੇਰੀ ਵਿੱਚੋਂ ਉਹਦੀ ਢੇਰੀ ਵਿੱਚ ਜਿਹੜੀ ਹੈ ਕਣਕ ਪਾ ਦਿੱਤੀ ਹੈ। ਜੇ ਮੈਂ ਉਂਝ ਉਹਨੂੰ ਕਹਿੰਦਾ ਵੀ ਲੈ ਲਾ, ਉਹਨੇ ਲੈਣੀ ਨਹੀਂ ਸੀ। ਤਾਂ ਕਰਕੇ ਕਈ ਭਰਾ ਐਸੇ ਹੈਗੇ ਜਿਹੜੇ ਆਪਣੇ ਭਰਾ ਬਾਰੇ ਸੋਚਦੇ ਆ, ਪਰ ਕਈ ਤੇ ਮਾੜਾ ਹੀ ਸੋਚਦੇ ਨੇ, ਬੁਰਾ ਹੀ ਸੋਚਦੇ ਨੇ। ਇੱਕ ਛੋਟਾ ਜਿਹਾ ਵਰਤਾਂਤ ਹੈ, ਕਹਿੰਦੇ ਇੱਕ ਬੰਦੇ ਨੇ ਭਗਤੀ ਕੀਤੀ, ਭਗਤੀ ਕਰਨ ਤੋਂ ਬਾਅਦ ਨਾ ਕਹਿੰਦੇ ਪਰਮਾਤਮਾ ਨੇ ਹਾਜ਼ਰ ਹੋ ਕੇ, ਛੋਟਾ ਜਿਹਾ ਇੱਕ ਵਰਤਾਂਤ ਹੈ, ਸਮਝਣ ਵਾਸਤੇ ਹੀ ਹੁੰਦਾ, ਪਰਮਾਤਮਾ ਨੇ ਹਾਜ਼ਰ ਹੋ ਕੇ ਕਿਹਾ ਵੀ ਮੰਗ ਲੈ ਜੋ ਮੰਗਣਾ ਹੈ। ਉਹ ਕਹਿੰਦਾ ਠੀਕ ਹੈ, ਤੇ ਗੱਲ ਹੀ ਬਣ ਗਈ, ਮੈਂ ਆਪਣੇ ਭਰਾ ਨਾਲੋਂ ਮੈਂ ਵੱਡਾ ਹੋ ਜਾਵਾਂਗਾ। ਯਾਦ ਕਰਿਓ, ਮਾਇਆ ਨਾਲ ਕੋਈ ਵੱਡਾ ਨਹੀਂ ਹੁੰਦਾ। ਇਹ ਨਾ ਸੋਚਿਆ ਕਰ ਮੈਂ ਖੁਸ਼ ਹਾਂ, ਮੈਂ ਸੁਖੀ ਹਾਂ, ਇਹ ਨਾ ਸੋਚਿਆ ਕਰ। ਇਹ ਸੋਚਿਆ ਕਰ ਮੇਰੇ ਤੋਂ ਕਿੰਨੇ ਕੁ ਖੁਸ਼ ਨੇ। ਇਹ ਨਾ ਸੋਚਿਆ ਕਰ ਵੀ ਮੈਂ ਖੁਸ਼ ਹਾਂ, ਮੇਰੇ ਕੋਲ ਸਾਰਾ ਕੁਝ ਹੈ, ਮੈਂ ਕੀ ਲੈਣਾ ਕਿਸੇ ਤੋਂ। ਇਹ ਸੋਚਿਆ ਕਰ ਵੀ ਮੇਰੇ ਤੋਂ ਕਿੰਨੇ ਕੁ ਖੁਸ਼ ਨੇ, ਭਰਾ ਖੁਸ਼ ਹੈ, ਮਾਤਾ ਪਿਤਾ ਖੁਸ਼ ਨੇ, ਮੇਰੇ ਰਿਸ਼ਤੇਦਾਰ ਖੁਸ਼ ਨੇ। ਇਹ ਸੋਚਿਆ ਕਰ ਮੇਰੇ ਤੋਂ ਕਿੰਨੇ ਕੁ ਖੁਸ਼ ਨੇ। ਇਹ ਮਹਾਂਪੁਰਖਾਂ ਦੇ ਵਚਨ ਨੇ। ਕਹਿੰਦੇ ਹੁਣ ਇਸੇ ਤਰ੍ਹਾਂ ਉਹਨੇ ਜਦੋਂ ਭਗਤੀ ਕੀਤੀ, ਸਾਖਿਆਤ ਕਹਿੰਦੇ ਉਹਨੂੰ ਦਰਸ਼ਨ ਦਿੱਤੇ। ਮੰਗ ਕੀ ਮੰਗਣਾ, ਉਹਨੇ ਇੱਕ ਵਾਅਦਾ ਕੀਤਾ ਪ੍ਰਮਾਤਮਾ ਨੇ, ਕਹਿੰਦੇ ਜੇ ਤੈਂ ਮੰਗਣਾ ਨਾ ਦੇਖ ਕੇ ਮੰਗੀ, ਜੇ ਤੂੰ ਇੱਕ ਮੰਗੇਗਾ ਤੇਰੇ ਭਰਾ ਦੇ ਘਰ ਦੋ ਹੋਣਗੇ। ਜੇ ਤੂੰ ਇੱਕ ਚੀਜ਼ ਮੰਗੇਗਾ ਨਾ ਤੇਰੇ ਭਰਾ ਦੇ ਘਰ ਦੋ, ਜੇ ਕੋਠੀ ਮੰਗੇਗਾ ਤੇ ਤੈਨੂੰ ਇੱਕ ਕੋਠੀ, ਤੇਰੇ ਭਰਾ ਨੂੰ ਦੋ ਕੋਠੀਆਂ। ਜੇ ਤੂੰ ਇੱਕ ਚੀਜ਼ ਮੰਗੇਗਾ ਤਾਂ ਤੇਰੇ ਭਰਾ ਨੂੰ ਦੋ। ਉਹਨੇ ਸੋਚਿਆ ਵੀ ਮੇਰਾ ਭਰਾ ਮੇਰੇ ਤੋਂ ਮੂਹਰੇ ਨਾ ਨਿਕਲ ਜਾਵੇ, ਅੱਗੇ ਨਾ ਨਿਕਲ ਜਾਵੇ। ਕਹਿੰਦਾ ਜੀ ਮੇਰੀ ਇੱਕ ਅੱਖ ਅੰਨੀ ਕਰ ਦਿਓ, ਮੇਰੇ ਭਰਾ ਦੀਆਂ ਦੋਨੇ ਅੱਖਾਂ ਅੰਨੀਆਂ। ਕਈ ਤੇ ਐਸੇ ਨੇ ਬਾਹਰੋਂ ਭਾਈ ਨੇ ਤੇ ਅੰਦਰੋਂ ਕਸਾਈ ਨੇ, ਪਰ ਕਈ ਹੈਗੇ ਜਿਹੜੇ ਕਹਿੰਦੇ ਆਪਣੇ ਭਰਾ ਦਾ ਤਾਂ ਕਿ ਉਹ ਸਾਰਿਆਂ ਦੀ ਚੰਗਾ ਚਾਹੁੰਦੇ ਨੇ, ਜਿਹੜੇ ਸਾਧੂ ਬਿਰਤੀ ਦੇ ਲੋਕ ਨੇ। ਗੱਲ ਆਪਾਂ ਬਿਰਤੀ ਤੋਂ ਸ਼ੁਰੂ ਕੀਤੀ ਸੀ ਨਾ, ਵੀ ਕੱਪੜਿਆਂ ਨਾਲ ਨਹੀਂ ਕੋਈ ਸਾਧੂ ਹੁੰਦਾ, ਬਿਰਤੀ ਨਾਲ ਸਾਧੂ ਹੈ। ਸਾਧਨਾ ਜਿਹਦੇ ਪੱਲੇ ਹੈ, ਜਿਹੜਾ ਹਰ ਇੱਕ ਦਾ ਭਲਾ ਸੋਚਦਾ, ਗਰੀਬ ਦਾ ਭਲਾ ਸੋਚਦਾ। ਕਹਿੰਦੇ ਨੇ ਸਿੰਘਾਂ ਜੀ ਉੱਥੋਂ ਜਦੋਂ ਤੁਰੇ, ਉਹ ਭਾਈ ਲਹਿਣਾ ਜੀ ਨੇ ਇਹ ਨਹੀਂ ਕਿਹਾ ਵੀ ਇਹ ਗਰੀਬ ਹੈ, ਮੇਰੀ ਦੁਕਾਨ ਤੇ ਆ ਗਿਆ। ਅੱਜ ਕੱਲ ਤੇ ਧੱਕੇ ਮਾਰ ਕੇ ਬਾਹਰ ਕੱਢ ਦਿੰਦੇ ਆ, ਗਰੀਬ ਕੋਈ ਆ ਜਾਵੇ ਉਹ ਤੇ ਹੱਸਦੇ ਨੇ, ਪਰ ਸਤਿਗੁਰੂ ਜੀ ਕੀ ਆਖਦੇ ਨੇ, ਕਹਿੰਦੇ ਓਏ ਬੰਦਿਆ, ਗਰੀਬੀ ਤੇ ਬਿਮਾਰੀ ਦਾ ਕੋਈ ਪਤਾ ਨਹੀਂ ਕਦੋਂ ਆ ਜਾਵੇ। ਉਹ ਹੱਸਣਾ ਨਹੀਂ ਚਾਹੀਦਾ ਕਿਸੇ ਦੀ ਗਰੀਬੀ ਉੱਤੇ, ਹੱਸਣਾ ਨਹੀਂ ਚਾਹੀਦਾ ਕਿਸੇ ਦੀ ਗਰੀਬੀ ਉੱਤੇ, ਹੱਸਣਾ ਨਹੀਂ ਚਾਹੀਦਾ ਕਿਸੇ ਦੀ ਗਰੀਬੀ ਉੱਤੇ, ਹੱਸਣਾ ਨਹੀਂ ਚਾਹੀਦਾ
दी गरीबी उते कोई गरीब आ गया, कपड़े नीडे कई बार पाटे पाए ने ना किसी दे, चंगी तरह कोई तुर नहीं सकता, ਉਹਦੇ ਵੱਲ कोई ਵੇਖ के हसदा कई बार। वो कहते हस्या ना कर, की पता तेरा कदों वक्त आ जाए। किसी बगाने बच्चे ने उलांभा ले लिया ना किसी परिवार दे ने, कहते हसदे आ गवांढी, वो फलाने का बच्चा इदां दा है, ਜਿਹੜੇ ਤੂੰ ਗੋਦ ਚੱਕੀ ਫਿਰਦਾ, ਇਹਦਾ ਪਤਾ ਨਹੀਂ ਕਦੋਂ ਇਹ ਕਿਹੋ ਜਿਹੇ ਨਿਕਲਣਾ, ਇਹ ਕੋਈ ਪਤਾ ਨਹੀਂ ਹੁੰਦਾ। ਹੱਸਿਆ ਨਾ ਕਰ, ਕਿਸੇ ਦਾ ਮਾੜਾ ਹੋ ਜਾਵੇ ਨਾ ਖੁਸ਼ ਨਾ ਹੋਇਆ ਕਰ, ਇਹ ਗੁਰੂ ਸਾਹਿਬ ਜੀ ਆਖਦੇ ਆ। ਜੇ ਹੱਸਣਾ ਨਹੀਂ ਨਾ, ਜੇ ਹੱਸਣਾ ਨਹੀਂ ਤਾਂ ਮੱਚਣਾ ਵੀ ਨਹੀਂ, ਜੇ ਹੱਸਣਾ ਨਹੀਂ ਤਾਂ ਮੱਚਣਾ ਵੀ ਨਹੀਂ। ਜੇ ਤਰੱਕੀ ਕਰਦਾ ਨਾ ਭਰਾ, ਉਤੇ ਮੱਚਿਆ ਨਾ ਕਰ। ਮੁਕੱਦਰ ਨੇ ਸਾਰਿਆਂ ਦੇ ਆਪਣੇ ਆਪਣੇ। ਹੋ ਮੱਚਣਾ ਨਹੀਂ ਚਾਹੀਦਾ ਕਿਸੇ ਦੇ ਮੁਕੱਦਰਾਂ ਤੇ, 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 ਹੱਸਣਾ ਨਹੀਂ ਚਾਹੀਦਾ ਕਿਸੇ ਦੇ ਮੁਕੱਦਰਾਂ ਤੇ, ਹੱਸਣਾ ਨਹੀਂ ਚਾਹੀਦਾ ਕਿਸੇ ਦੀ ਗਰੀਬੀ ਉੱਤੇ, 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 ਹੱਸਣਾ ਨਹੀਂ ਚਾਹੀਦਾ ਕਿਸੇ ਦੀ ਗਰੀਬੀ ਉੱਤੇ। ਉਹ ਕਹਿੰਦੇ ਹੱਸਣਾ ਨਹੀਂ ਚਾਹੀਦਾ ਕਿਸੇ ਦੀ ਗਰੀਬੀ ਉੱਤੇ, ਕਿਸੇ ਦੀ ਗਰੀਬੀ ਉੱਤੇ ਹੱਸਿਆ ਨਾ ਕਰ। ਕੋਈ ਗਰੀਬ ਆ ਜਾਵੇ ਨਾ ਉੱਤੇ, ਉਹਨੂੰ ਵੇਖ ਕੇ ਹੱਸਿਆ ਨਾ ਕਰ। ਜੇ ਕੁਛ ਨਹੀਂ ਛੱਡਦਾ ਨਾ ਪਾਉਣ ਵਾਸਤੇ, ਤੈਨੂੰ ਦੇਣ ਵਾਸਤੇ, ਤਾਂ ਉੱਤੇ ਹੱਸਿਆ ਨਾ ਕਰ। ਮਾੜਾ ਵਕਤ, ਗਰੀਬੀ ਅਤੇ ਬਿਮਾਰੀ ਦਾ ਕੋਈ ਪਤਾ ਨਹੀਂ ਕਦੋਂ ਆ ਜਾਵੇ। ਹੁਣ ਘਰ ਗਿਆ ਸੀ ਭਗਤ ਸਿੰਘਾਂ ਜੀ, ਜਦੋਂ ਘਰ ਗਏ ਨਾ ਭਾਈ ਸਿੰਘਾਂ ਜੀ, ਘਰੇ ਜਾ ਕੇ ਉਹ ਜਦੋਂ ਜਿਹੜਾ ਦੁਕਾਨ ਵਾਲਾ ਸੀ ਨਾ ਭਾਈ ਲੈਣਾ ਉਹਦੇ ਜੀਵਨ ਨੂੰ ਵੇਖ ਕੇ ਉਹਦਾ ਮਨ ਬਦਲ ਗਿਆ ਸੀ, ਸਿੱਖ ਬਣ ਗਿਆ ਸੀ ਗੁਰੂ ਨਾਨਕ ਜੀ ਦਾ। ਦੇਖ ਲਓ ਜੀਵਨ ਵੀ ਕਈਆਂ ਦਾ ਪ੍ਰਚਾਰ ਹੁੰਦਾ। ਉਹਨੇ ਦੁਕਾਨ ਬੰਦ ਕਰੀ ਆਪਣੀ, ਲੈਣਾ ਜੀ ਨੇ ਦੁਕਾਨ ਬੰਦ ਕਰਕੇ ਉਹ ਸਿੰਘਾਂ ਜੀ ਦੇ ਪਿੱਛੇ ਪਿੱਛੇ ਤੁਰ ਪਿਆ। ਕਹਿੰਦਾ ਵੀ ਵੇਖਦੇ ਆ ਘਰ ਜਾ ਕੇ ਕੀ ਕਰਦਾ, ਬਈ ਇੰਨਾ ਘਾਟੇ ਦਾ ਕਿਵੇਂ ਸਾਰੇਗਾ। ਘਰ ਗਿਆ, ਘਰ ਵਾਲੀ ਨੂੰ ਕਿਹਾ ਜਾ ਕੇ ਭਾਗਵਾਨੇ ਆ ਲੈ ਆਟਾ ਲੈ ਕੇ ਆਇਆ, ਗੁੰਨ ਲੈ। ਉਹਨੇ ਗੁੰਨਿਆ ਆਟਾ ਗੁੰਨ ਕੇ ਤੇ ਉਹਦੇ ਪ੍ਰਸ਼ਾਦੇ ਕਿੰਨੇ ਬਣੇ? ਸਿਰਫ 3 ਪ੍ਰਸ਼ਾਦੇ। 3 ਪ੍ਰਸ਼ਾਦੇ। ਜਾਣੇ ਕਿੰਨੇ ਨੇ? 2। ਇੱਕ ਬੱਚਾ ਗੋਦ ਹੈ, ਉਹ ਤੇ ਛਕ ਹੀ ਨਹੀਂ ਸਕਦਾ, ਉਹ ਤੇ ਦੁੱਧ ਪੀਂਦਾ ਕੁਛ ਕੁ ਮਹੀਨਿਆਂ ਦਾ। ਜਾਣੇ 2 ਨੇ ਤੇ ਪ੍ਰਸ਼ਾਦੇ 3। ਤੇ ਕਹਿੰਦੇ ਨੇ ਹੁਣ ਸਿੰਘਾਂ ਜੀ ਕਹਿਣ ਲੱਗੇ ਆਪਣੇ ਘਰ ਵਾਲੀ ਨੂੰ, ਭਾਗਵਾਨੇ ਆ ਲੈ ਤੂੰ 2 ਛਕ ਲੈ, ਮੈਂ 1 ਛਕ ਲੈਣਾ। ਉਹ ਦੇਖ ਰਿਹਾ ਜਿਹੜਾ ਲੈਣਾ ਸੀ, ਭਾਈ ਲੈਣਾ ਜੀ ਦੇਖ ਰਹੇ ਨੇ, ਆ ਲੈ 2 ਤੂੰ ਛਕ ਲੈ, 1 ਮੈਂ ਛਕ ਲੈਣਾ। ਉਹ ਕਹਿੰਦੇ ਨਹੀਂ ਜੀ, ਤੁਸੀਂ ਰੋਜ਼ ਕੰਮ ਕਰਦੇ ਹੋ, ਦਿਹਾੜੀ ਕਰਦੇ ਹੋ, ਕੰਮ ਕਰ, ਮੈਂ ਤੇ ਘਰ ਵਿਹਲੀ ਆ, ਮੈਂ ਤੇ 1 ਨਾਲ ਸਾਰ ਲਵਾਂਗੀ, ਤੁਸੀਂ 2 ਛਕ ਲਓ। ਇਦਾਂ ਦਾ ਵੀ ਪ੍ਰੇਮ ਚਾਹੀਦਾ ਪਤੀ ਪਤਨੀ ਦੇ ਵਿੱਚ। 2 ਟਈਏ ਹੁੰਦੇ ਆ ਜੀਵਨ ਦੇ, ਪਤੀ ਤੇ ਪਤਨੀ ਦੇ, ਤਾਂ ਚੱਲਦੇ ਨੇ ਜੇ ਸਹੀ ਹੋਣ, ਇੱਕ ਚਾਲ ਇੱਕ ਹੋਵੇ ਦੋਨਾਂ ਦੀ।
ਜੇ ਚਾਲ ਜਿਵੇਂ ਗੱਡੇ ਦੇ ਦੋ ਟਹੀਏ ਹੁੰਦੇ ਆ, ਟਾਇਰ ਹੁੰਦੇ ਆ ਨਾ, ਜੇ ਅੱਗੇ ਪਿੱਛੇ ਚੱਲਣ ਫੇਰ ਨਹੀਂ ਉਹ ਸਹੀ ਚੱਲ ਸਕਦਾ, ਗੱਡਾ ਆਪਣੇ ਟਿਕਾਣੇ ਤੇ ਨਹੀਂ ਪਹੁੰਚ ਸਕਦਾ। ਜੀਵਨ ਦੀ ਗੱਡੀ ਵੀ ਇਸੇ ਤਰ੍ਹਾਂ ਹੁੰਦੀ ਹੈ। ਉਹ ਪਰਿਵਾਰ ਨੂੰ ਜਿਹੜਾ ਖੁਸ਼ੀਆਂ ਦੇ ਸਕਦਾ ਹੈ, ਪਰ ਜਿਹੜੇ ਪਰਿਵਾਰਾਂ ਵਿੱਚ ਲੜਾਈ ਝਗੜੇ ਹੁੰਦੇ ਆ ਉਹ ਪਰਿਵਾਰਾਂ ਨੂੰ ਖੁਸ਼ੀਆਂ ਨਹੀਂ ਦੇ ਸਕਦੇ। ਉਹ ਲੜਾਈ ਝਗੜਿਆਂ ਵਿੱਚ ਹੀ ਉਹਨਾਂ ਦਾ ਜੀਵਨ ਬਤੀਤ ਹੋ ਜਾਂਦਾ ਹੈ। ਹੁਣ ਕਹਿੰਦੇ ਨੇ ਇੰਨੀ ਸੁਲ੍ਹਾ ਪਤੀ ਪਤਨੀ ਦੀ, ਉਹ ਕਹਿੰਦੀ ਤੂੰ ਛਕ ਲੈ, ਉਹ ਕਹਿੰਦਾ ਤੂੰ ਛਕ ਲੈ। ਤੇ ਕਹਿੰਦੇ ਨੇ ਉਹ ਭਾਈ ਲਹਿਣਾ ਜੀ ਵੇਖ ਰਹੇ ਨੇ, ਇੰਨੇ ਨੂੰ ਨਾ ਬਾਹਰੋਂ ਇੱਕ ਫਕੀਰ ਆ ਗਿਆ। ਉਹਨੇ ਬਾਹਰੋਂ ਫਕੀਰ ਨੇ ਆ ਕੇ ਆਵਾਜ਼ ਮਾਰੀ, ਕਹਿੰਦਾ ਵੀ ਮੈਨੂੰ ਭੁੱਖ ਲੱਗੀ ਹੈ, ਪ੍ਰਸ਼ਾਦਾ ਹੈ, ਧਿਆਨ ਦਿਓ। ਬਾਹਰੋਂ ਇੱਕ ਫਕੀਰ ਦੀ ਆਵਾਜ਼ ਆਈ, ਕਹਿੰਦੇ ਪ੍ਰਸ਼ਾਦਾ ਛਕਣਾ। ਉਹ ਕਹਿੰਦੇ ਲੈ ਆਪਾਂ ਇੱਕ ਦੂਸਰੇ ਨੂੰ ਆਖੀ ਜਾਂਦੇ ਸੀ ਤੂੰ ਛਕ ਲੈ ਤੂੰ ਛਕ ਲੈ, ਲੈ ਪ੍ਰਮਾਤਮਾ ਨੇ ਭੇਜ ਦਿੱਤਾ, ਆ ਤੀਸਰਾ ਬੰਦਾ ਭੇਜ ਦਿੱਤਾ। ਕਹਿੰਦਾ ਲੈ ਇੱਕ ਮੈਂ ਛਕ ਲੈਣਾ, ਇੱਕ ਤੂੰ ਛਕ ਲੈ, ਲਾ ਇੱਕ ਉਹਨੂੰ ਦਿਆ ਜਾ ਕੇ। ਦੇਖੋ 3 ਪ੍ਰਸ਼ਾਦੇ 3 ਦਿਨਾਂ ਬਾਅਦ ਛਕਣ ਲੱਗੇ, ਇੱਕ ਇੱਕ ਪ੍ਰਸ਼ਾਦਾ ਆ ਰਿਹਾ ਹੈ, ਫਿਰ ਵੀ ਸਬਰ ਹੈ। ਇਹਨੂੰ ਕਹਿੰਦੇ ਨੇ ਸਿੱਖੀ, ਸਬਰ, ਸੰਤੋਖ। ਸਬਰ ਦੇ ਵਿੱਚ ਹੀ ਜਿਹੜਾ ਕੁਝ ਪ੍ਰਮਾਤਮਾ ਨੇ ਦੇ ਦਿੱਤਾ, ਸਬਰ ਕਰ ਲਿਆ, ਨਹੀਂ ਤੇ ਸਬਰ ਨਹੀਂ ਆਉਂਦਾ। ਕਹਿੰਦੇ ਨੇ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ, ਪਰ ਭੁੱਖਿਆਂ ਦੀ ਭੁੱਖ ਨਹੀਂ ਉਤਰ ਸਕਦੀ, ਭਾਵੇਂ ਸਾਰੀ ਦੁਨੀਆ ਦੇ ਕਹਿੰਦੇ ਖੁਸ਼ੀਆਂ ਲਿਆ ਕੇ ਉਹਨਾਂ ਦੇ ਮੂਹਰੇ ਰੱਖ ਦਿਓ, ਪੁਰੀਆਂ ਦੇ ਭਾਰ ਬੰਨ੍ਹ ਦਿਓ। ਭਾਈ ਸਿੰਘਾਂ ਜੀ ਕਹਿਣ ਲੱਗੇ ਲੈ ਇੱਕ ਪ੍ਰਸ਼ਾਦਾ ਉਹਨੂੰ ਦਿਆ। ਉਹ ਪ੍ਰਸ਼ਾਦਾ ਦੇ ਕੇ ਹਜੇ ਵਾਪਸ ਆਈ ਹੈ, ਉਹ ਫਕੀਰ ਨੇ ਫੇਰ ਆਵਾਜ਼ ਮਾਰਤੀ, ਕਹਿੰਦਾ ਹਜੇ ਭੁੱਖ ਹੋਰ ਬਹੁਤ ਲੱਗੀ ਹੈ, ਕਹਿੰਦਾ ਜੇ ਹੋਰ ਹੈ ਹੋਰ ਦੇ ਦਿਓ। ਸਿੰਘਾਂ ਜੀ ਕਹਿਣ ਲੱਗੇ, ਕਹਿੰਦੇ ਲੈ ਏਦਾਂ ਕਰ, ਕੋਈ ਗੱਲ ਨਹੀਂ ਆਪਾਂ ਅੱਧਾ ਛਕ ਲਵਾਂਗੇ, ਆ ਇੱਕ ਹੋਰ ਦਿਆ ਉਹਨੂੰ। ਤੇ ਕਹਿੰਦੇ ਨੇ ਇੱਕ ਹੋਰ ਦਿਆ। ਇਹ ਆਪ ਅੱਧਾ ਜਦੋਂ ਛਕਣ ਲੱਗੇ ਨਾ ਅੱਗੇ, ਤੇ ਕਹਿੰਦੇ ਨੇ ਫੇਰ ਆਵਾਜ਼ ਆ ਗਈ, ਕਹਿੰਦੇ ਜੇ ਹੋਰ ਪ੍ਰਸ਼ਾਦਾ ਹੈ ਹੋਰ ਦੇ ਦਿਓ। ਕਹਿੰਦਾ ਲੈ ਆ ਵੀ ਉਹਨੂੰ ਦਿਆ। ਆਹ ਗੱਲ ਵੇਖ ਕੇ ਨਾ ਬਸ ਜੀਵਨ ਪ੍ਰਚਾਰ ਹੁੰਦਾ ਗੁਰਮੁਖਾਂ ਦਾ। ਆਹ ਜੀਵਨ ਦੀਆਂ ਗੱਲਾਂ ਵੇਖ ਕੇ ਸ੍ਰੀ ਲਹਿਣਾ ਜੀ ਵੇਖ ਰਹੇ ਸਨ। ਉਹ ਵੇਖ ਕੇ ਹੈਰਾਨ ਹੋ ਗਏ ਵੀ 3 ਦਿਨਾਂ ਤੋਂ ਭੁੱਖਾ ਹੈ ਤੇ ਆ ਸਾਰੀ ਪ੍ਰਸ਼ਾਦੇ ਉਹਨੂੰ ਦੇ ਦਿੱਤੇ। ਤੇ ਤਾਂ ਕਰਕੇ ਆਖਦੇ ਨੇ, ਕਹਿੰਦੇ ਨੇ ਦੁਨੀਆ ਤੋਂ ਵੱਖਰੇ ਹੁੰਦੇ ਆ ਸਾਧੂ, ਭਗਤਾਂ ਕੀ ਚਾਲ ਨਿਰਾਲੀ। ਉਹ ਤੇਰੇ ਪਿਆਰਿਆਂ ਦੀ ਚਾਲ ਨਿਰਾਲੀ ਹੈ, ਦੁਨੀਆ ਤੋਂ ਰਹਿਣ ਵੱਖਰੇ। ਤੇਰੇ ਪਿਆਰਿਆਂ ਦੀ ਚਾਲ ਨਿਰਾਲੀ ਹੈ, ਦੁਨੀਆ ਤੋਂ ਰਹਿਣ ਵੱਖਰੇ। ਤੇਰੇ ਪਿਆਰਿਆਂ ਦੀ ਚਾਲ ਨਿਰਾਲੀ, ਦੁਨੀਆ ਤੋਂ ਰਹਿਣ ਵੱਖਰੇ। ਤੇਰੇ ਪਿਆਰਿਆਂ ਦੀ ਚਾਲ ਨਿਰਾਲੀ,
ਭਗਤਾਂ ਕੀ ਚਾਲ ਨਿਰਾਲੀ ਵੱਖਰੇ ਨੇ। ਆਓ ਤਕਰੀਬਨ ਸਮਾਂ ਹੋ ਚੁੱਕਾ ਹੈ, 1-2 ਮਿੰਟਾਂ ਵਿੱਚ ਹੀ ਅਰਦਾਸ ਬੇਨਤੀ ਸ਼ੁਰੂ ਕਰਾਂਗੇ। ਸਾਰੀਆਂ ਸੰਗਤਾਂ ਅਰਦਾਸ ਸ਼ਾਮਲ ਹੋਵੋ, ਹਾਜ਼ਰੀਆਂ ਲਵਾਓ, ਜੀਵਨ ਸਫਲਾ ਕਰੋ ਜੀ। ਕਹਿੰਦੇ ਜਦੋਂ ਆਹ ਗੱਲ ਵੇਖੀ ਨਾ, ਆਪਾਂ ਗੱਲ ਇੱਥੇ ਸ਼ੁਰੂ ਕੀਤੀ ਸੀ ਵੀ ਜੀਵਨ ਵੀ ਉਹਨਾਂ ਦਾ ਪ੍ਰਚਾਰ ਹੈ ਜਿਹੜੇ ਜੁੜੇ ਹੋਏ ਨੇ, ਉਹ ਰਿਸ਼ਤੇਦਾਰੀ ਵਿੱਚ ਚਲੇ ਜਾਂਦੇ ਆ, ਉਹਨਾਂ ਨੂੰ ਵੀ ਬਦਲ ਕੇ ਰੱਖ ਦਿੰਦੇ ਆ। ਉਹਨਾਂ ਦੇ ਜੇ ਕੋਈ ਮਿੱਤਰ ਨੇ ਨਾ, ਮਿੱਤਰਾਂ ਦਾ ਵੀ ਕਹਿੰਦੇ ਮਨ ਬਦਲ ਜਾਂਦਾ ਹੈ। ਉਹਨਾਂ ਦੇ ਸੰਗੀਆਂ ਦਾ ਜਿੱਥੇ ਵੀ ਉਹ ਸੰਗ ਕਰਦੇ ਨੇ, ਜਿਵੇਂ ਗੇਂਦਾ ਹੁੰਦਾ ਨਾ, ਗੇਂਦਾ ਫੁੱਲ ਕੋਈ ਵੀ ਹੋਵੇ ਬੂਟਾ ਫੁੱਲਾਂ ਦਾ, ਉਹ ਖੁਸ਼ਬੂ ਖਿਲਾਰਦਾ। ਜਿੱਥੇ ਫੁੱਲ ਹੋਵੇਗਾ ਖੁਸ਼ਬੂ ਖਿਲਾਰੇਗਾ, ਜਿੱਥੇ ਗੰਦਗੀ ਹੋਵੇਗੀ ਉੱਥੇ ਬਦਬੂ ਖਿਲਾਰੇਗਾ। ਤੇ ਜਿਹੜੇ ਔਗਣ ਨੇ ਨਾ ਸਾਡੇ, ਉਹ ਬਦਬੂ ਦੀ ਤਰ੍ਹਾਂ ਨੇ। ਜਿੱਥੇ ਔਗਣ ਵਾਲਾ ਬੰਦਾ ਚਲਿਆ ਜਾਵੇ, ਉਹ ਬਦਬੂ ਖਿਲਾਰ ਦਿੰਦਾ ਉਹ ਪਰਿਵਾਰ ਵਿੱਚ। ਕਈ ਵਾਰ ਪ੍ਰਾਹੁਣਾ ਘਰ ਆਉਂਦਾ ਨਾ, ਕਈ ਵਾਰ ਤੇ ਫਿਕਰ ਹੀ ਲੱਗ ਜਾਂਦਾ ਵੀ 1000-1500 ਰੁਪਏ ਦਾ ਨੁਕਸਾਨ ਹੋਏਗਾ, ਕੁਛ ਨਾ ਕੁਛ ਇਹਨੂੰ ਲਿਆ ਕੇ ਦੇਣਾ ਪਵੇਗਾ। ਘਰ ਵਿੱਚ ਜੀਵ ਹੱਤਿਆ ਹੁੰਦੀ ਹੈ। ਪਰ ਕਈ ਜਿਹੜੇ ਗੁਰਮੁਖ ਹੁੰਦੇ ਆ ਨਾ, ਪ੍ਰਾਹੁਣੇ ਵੀ, ਤੇ ਉਹਨਾਂ ਦੇ ਆਇਆਂ ਤੋਂ ਕਹਿੰਦੇ ਪਰਿਵਾਰ ਵਾਲੇ ਵੀ ਖੁਸ਼ ਹੋ ਜਾਂਦੇ ਆ। ਉਹ ਵੀ ਚਾਹੁੰਦੇ ਵੀ ਕਦੋਂ ਆਵੇ। ਤੇ ਤਾਂ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਆਏ ਸੰਤ ਪ੍ਰਾਹੁਣੇ ਕੀਰਤਨ ਹੋਆ ਰਹਿਣ ਸਵਾਈ। ਆਹੀ ਧਾਰਨਾ ਪੜਾਂਗੇ, ਪੜਿਓ ਸਾਰੇ। ਉਹਨਾਂ ਦੇ ਹਰ ਵਕਤ ਜੀਵਨ ਵਿੱਚ ਕੀਰਤਨ ਹੈ, ਕੀਰਤ ਹੈ। ਉਹਨਾਂ ਦੇ ਹਰ ਤੁਰਦੇ ਫਿਰਦੇ ਵੀ ਉਹਨਾਂ ਦੇ ਕੀਰਤਨ ਹੀ ਹੈ। ਜ਼ਰੂਰੀ ਨਹੀਂ ਵੀ ਸਾਜ਼ਾਂ ਨਾਲ ਹੀ ਕੀਰਤਨ ਹੁੰਦਾ ਹੈ, ਕੀਰਤਨ ਨੂੰ ਕੀਰਤਨ। ਹੋ ਕੀਰਤਨ ਹੋਆ ਰਹਿਣ ਸਵਾਈ। ਰਹਿਣ ਦਾ ਅਰਥ ਹੈ ਰਾਤ, ਸਾਰੀ ਰਾਤ। ਰਹਿਣ ਸਵਾਈ ਦਾ ਅਰਥ ਸਾਰੀ। ਉਹਨਾਂ ਦੇ ਸਾਰੀ ਰਾਤ ਹੀ ਪਰਮਾਤਮਾ ਦੀ ਬੰਦਗੀ ਵਿੱਚ ਹੀ ਲੰਘ ਜਾਂਦਾ ਹੈ। ਕੀਰਤਨ ਹੋਆ ਰਹਿਣ ਸਵਾਈ, ਸੰਤ ਪ੍ਰਾਹੁਣੇ ਆਏ ਨੇ। 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 ਸਿਰ ਵੱਢ ਕੇ ਬਣਾ ਦਿਆਂ ਮੂੜਾ, ਬਣਾ ਦਿਆਂ ਮੂੜਾ ਪਿਆਰਿਆਂ ਦੇ ਪੈਣ ਵਾਸਤੇ। ਸਿਰ ਵੱਢ ਕੇ ਬਣਾ ਦਿਆਂ ਮੂੜਾ ਪਿਆਰਿਆਂ ਦੇ ਪੈਣ ਵਾਸਤੇ। ਵੱਢ ਕੇ ਬਣਾ ਦੇ ਮਾਮੂੜਾ ਪਿਆਰਿਆਂ ਦੇ ਬਹਿਣ ਵਾਸਤੇ। ਸਿਰ ਵੱਢ ਕੇ ਬਣਾ ਦੇ ਮਾਮੂੜਾ ਪਿਆਰਿਆਂ ਦੇ ਰਹਿਣ ਵਾਸਤੇ। ਸਿਰ ਵੱਢ ਕੇ ਬਣਾ ਦਿਆਂ ਮੂੜਾ ਪਿਆਰਿਆਂ ਦੇ ਬਹਿਣ ਵਾਸਤੇ। ਸਿਰ ਵੱਢ ਕੇ ਬਣਾ ਦਿਆਂ ਮੂੜਾ ਪਿਆਰਿਆਂ ਦੇ ਬਹਿਣ ਵਾਸਤੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ, ਸਤਿਗੁਰਾਂ ਨੂੰ ਚੌਰ ਹੁੰਦਾ ਹੈ, ਚੌਰ। ਚੌਰ ਸਾਹਿਬ ਕਹਿੰਦੇ ਆ ਉਹਨੂੰ, ਜਿਹੜਾ ਉੱਪਰ ਫੇਰਦੇ ਆ ਨਾ, ਚੌਰ ਸਾਹਿਬ। ਕਹਿੰਦੇ ਆਪਣੇ ਕੇਸਾਂ ਨੂੰ ਮੈਂ ਵੱਢ ਕੇ ਨਾ, ਕੇਸਾਂ ਨੂੰ ਵੱਢ ਕੇ ਚੌਰ ਬਣਾ ਦਿਆਂ। ਜਿਹੜੇ ਤੇਰੇ ਰੱਬ ਦੇ ਪਿਆਰੇ ਨੇ, ਇਹ ਸੱਚੇ ਪਾਤਸ਼ਾਹ, ਮੈਂ ਉਹਨਾਂ ਉੱਪਰ ਦੀ ਚੜਾਵਾਂ ਉਹ ਚੌਰ ਕੇਸਾਂ ਦਾ। ਇੰਨਾ ਸਤਿਕਾਰ ਹੈ ਨਾਮ ਜਪਣ ਵਾਲਿਆਂ ਦਾ। ਜੀ ਮੈਂ ਕੇਸਾਂ ਦਾ ਚਬਰ ਡੁਲਾਵਾ, ਚਬਰ ਡੁਲਾਵਾ ਪਿਆਰਿਆਂ। ਜੀ ਮੈਂ ਕੇਸਾਂ ਦਾ ਚਬਰ ਡੁਲਾਵਾ, ਰੱਬਾ ਤੇਰੇ ਪਿਆਰਿਆਂ ਤੋਂ। ਜੀ ਮੈਂ ਕੇਸਾਂ ਦਾ ਚਬਰ ਝੁਲਾਵਾਂ, ਰੱਬਾ ਤੇਰੇ ਪਿਆਰਿਆਂ ਤੋਂ। ਜੀ ਮੈਂ ਕੇਸਾਂ ਦਾ
ਮੇਰੇ ਪਿਆਰਿਆਂ ਤੋਂ ਮੈਂ ਬਲ ਬਲ ਕੇ ਜਾਵਾਂ, ਜਿਹੜੇ ਤੇਰਾ ਨਾਮ ਜਪਦੇ ਆ, ਜਿਹੜਾ ਤੇਰਾ ਸਿਮਰਨ ਕਰਦੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਉ ਕੁਰਬਾਨ ਜਾਈ ਤੇਰੇ ਨਾਵੈ, ਜਿਸਨੂੰ ਬਖਸ਼ ਲਹੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੈ। ਹਉ ਕੁਰਬਾਨੇ ਜਾਓ ਮਿਹਰਬਾਨਾ, ਹਉ ਕੁਰਬਾਨੇ ਜਾਓ, ਹਉ ਕੁਰਬਾਨੇ ਜਾਓ ਤਿਨਾ ਕਹਿ, ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕਹਿ, ਹਉ ਸਤ ਕੁਰਬਾਨੇ ਜਾਓ। ਧੰਨਵਾਦ ਸਾਰੀਆਂ ਸੰਗਤਾਂ ਦਾ, ਗੁਰੂ ਕੇ ਚਰਨਾਂ ਵਿੱਚ ਪਹੁੰਚ ਕੇ ਹਾਜ਼ਰੀਆਂ ਲਵਾਈਆਂ। ਪਰਿਵਾਰ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ। ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਹੈ, ਸੱਚੇ ਪਾਤਸ਼ਾਹ ਕਿਰਪਾ ਕਰਿਓ, ਜਿਹੜੀਆਂ ਮਨੋਂ ਭਾਵਨਾਵਾਂ ਕਰਕੇ ਪਰਿਵਾਰ ਨੇ ਆਪ ਜੀ ਦਾ ਓਟ ਆਸਰਾ ਤੱਕਿਆ, ਸਤਿਗੁਰੂ ਜੀ ਕਿਰਪਾ ਕਰਿਓ, ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਿਓ, ਦੁੱਖਾਂ ਦਾ ਨਾਸ਼ ਸੁੱਖਾਂ ਦਾ ਪ੍ਰਕਾਸ਼ ਕਰਿਓ। ਜਿਹੜੀਆਂ ਮਨੋਂ ਭਾਵਨਾਵਾਂ ਕਰਕੇ ਓਟ ਆਸਰਾ ਤੱਕਿਆ, ਸਤਿਗੁਰੂ ਜੀ ਮਨ ਦੀਆਂ ਭਾਵਨਾਵਾਂ, ਮਨ ਦੀਆਂ ਕਾਮਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨ। ਇਹ ਜਥਾ ਪਿੰਡ ਫਤਿਹਗੜ੍ਹ ਛੰਨਾ ਤੋਂ ਆਇਆ, ਸੋ ਜਿਨ੍ਹਾਂ ਨੂੰ ਕਿਸੇ ਵੀ ਸਮਾਗਮ ਵਾਸਤੇ ਲੋੜ ਹੋਵੇ ਬਾਅਦ ਵਿੱਚ ਕਾਰਡ ਲੈ ਸਕਦੇ ਹੋ, ਕਾਰਡ ਛਪੇ ਹੋਏ ਨੇ ਜਥੇ ਦੇ। ਆਓ ਪਹਿਲਾਂ ਅਰਦਾਸ ਬੇਨਤੀ ਕਰੀਏ, ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰੀਆਂ ਲਵਾ ਕੇ ਆਪਾਂ ਸਾਰੇ ਇਸ ਪਰਿਵਾਰ ਵਾਸਤੇ ਅਰਦਾਸ ਬੇਨਤੀ ਕਰੀਏ। ਸੰਗਤਾਂ ਦੀ ਅਰਦਾਸ ਵਿਰਥੀ ਨਹੀਂ ਜਾਂਦੀ, ਜਿਹੜੀਆਂ ਮਨੋਂ ਭਾਵਨਾਵਾਂ ਕਰਕੇ ਅਰਦਾਸਾਂ ਬੇਨਤੀਆਂ ਕਰਵਾਈਆਂ ਨੇ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰਵਾ ਰਹੇ ਨੇ। ਸੰਗਤ ਨੂੰ ਬੁਲਾ ਕੇ ਘਰ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਬੇਨਤੀਆਂ ਪ੍ਰਵਾਨ ਕਰਨ। ਆਓ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਹੈ। ਇਹ ਪਰਿਵਾਰ ਵੱਲੋਂ ਗੁਰੂ ਕੇ ਚਰਨਾਂ ਵਿੱਚ ਪਹੁੰਚ ਕੇ ਹਾਜ਼ਰੀਆਂ ਲਵਾਈਆਂ, ਦਰਸ਼ਨ ਦਿੱਤੇ ਹੈ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ ਕਰਿਓ, ਅੱਗੇ ਵਾਸਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਮਰਥ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਸਿੱਖੋ ਸ਼ਬਦ ਪਿਆਰਿਓ, ਜਨ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ। ਰਾਮ ਕਲੀ ਮਹਲਾ ਤੀਜਾ, ਆਨੰਦ ਏਕ ਓੰਕਾਰ, ਸਤਿਗੁਰ ਪ੍ਰਸਾਦ। ਮੇਰੀ ਮਾਏ ਆਨੰਦ ਪਿਆ, ਮੇਰੀ ਮਾਏ, ਮੇਰੀ ਮਾਏ ਆਨੰਦ ਪਿਆ, ਮੇਰੀ ਮਾਏ, ਮੇਰੀ ਮਾਏ ਆਨੰਦ ਪਿਆ, ਮੇਰੀ ਮਾਏ, ਮੇਰੀ ਮਾਏ ਆਨੰਦ ਪਿਆ, ਮੇਰੀ ਮਾਏ। ਹਾਂ ਸਤਿਗੁਰੂ ਮੈਂ ਪਾਇਆ, ਮੈਂ ਪਾਇਆ, ਓ ਜੀ ਸਤਿਗੁਰੂ ਮੈਂ ਪਾਇਆ, ਗੁਰੂ ਮੈਂ ਪਾਇਆ, ਪਿਆ ਮੇਰੀ ਮਾਏ, ਮੇਰੀ ਮਾਏ ਆਨੰਦ ਪਿਆ, ਮੇਰੀ ਮਾਏ, ਮੇਰੀ ਮਾਏ ਆਨੰਦ ਪਿਆ, ਮੇਰੀ ਮਾਏ। ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਦਾ ਪਾਇਆ, ਸਹਿਜ ਸਿੱਧੀ ਮਨ ਵਜੀਆਂ ਵਧਾਈਆਂ। ਰਾਗ ਤਨ ਪਰਵਾਨ ਪਰ ਸ਼ਬਦ ਗਾਵਣ ਆਇਆ। ਸੋਦਾ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਹੈ ਨਾਨਕ ਆਨੰਦ ਹੋ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਸਦਾ ਰਹੋ ਹਰ ਨਾਮ। ਹਰ ਨਾਲ ਰਹੋ, ਨਾਲ ਰਹੋ ਤੁਮ ਮਨ ਮੇਰੇ, ਦੁੱਖ ਸਭ ਵਿਸਾਰਨਾ। ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਕੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਮੇ। ਸਾਚੇ ਸਾਹਿਬਾਂ ਕਿਆ ਨਹੀਂ ਕਰਦੇ ਰੇ। ਕਰਤਾ ਤੇਰੇ ਸਭ ਕਿਛ ਹੈ, ਜਿਤਨੇ ਸੋ ਪਾਏ। ਸਦਾ ਸਿਫਤ ਸਲਾਹ ਤੇਰੀ,
ਛੁੱਟੀ ਨਾਲ ਜਿਤੀ ਨਾਮ ਧਿਆਇਆ ਗਏ ਮਸਕਤ ਦਾ ਨਾਨਕ ਦੇ ਮੁਖ ਉਜੈ